चा लागे उठ नाम जप निस्बासुर आराध कारा तुझे न व्यापई नानक मिटै उपाद। चिड़ी चौक की पौ फुटी वगन बहुत तरंग अचरज रूप संतन रचे नानक नाम है रंग। सतनाम श्री वाहिगुरु साहिब जी। सुनिया सरा गुणा के गाह सुनिया शेख पीर पातशाह सुनिया सरा गुणा के गाह सुनिया शेख पीर पातशाह सुनिया अंधे पावहे राहो सुनिया हाथ होवै असगाहो नानक भगता सदा विगास सुनिया दुख पाप का नाश नानक भगता सदा विगास सुनिया दुख पाप का नाश। वाहिगुरु जी का खालसा वाहिगुरु जी की फतेह। सच्चे पातशाह धन साहिब श्री गुरु ग्रंथ साहिब जी महाराज हजूर दी किरपा रहमत सदका ਆਪਾਂ ਗੁਰਬਾਣੀ ਕਥਾ ਸੰਥਿਆ ਦੀ ਕਲਾਸ ਵਿੱਚ ਇਕੱਤਰ ਹੋਏ ਹਾਂ। 10 ਪੌੜੀਆਂ ਸੰਪੂਰਨ ਹੋ ਗਈਆਂ ਨੇ ਤੇ 11ਵੀਂ ਪੌੜੀ ਦੀ ਪ੍ਰਾਰੰਭਤਾ ਜਿਹੜੀ ਹੈ ਹੋਈ ਹੈ। ਆਪ ਜੀ ਨੇ 11ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਸੱਚੇ ਪਾਤਸ਼ਾਹ ਜੀ ਦੇ ਕੋਲੋਂ ਨਾਮ ਦੇ ਸੁਣਨ ਦੀ ਮਹਿਮਾ ਸਿੱਧਾਂ ਨੇ ਪੁੱਛੀ ਕਿ ਨਾਮ ਦੇ ਸੁਣਨ ਨਾਲ ਕੀ ਫਲ ਪ੍ਰਾਪਤ ਹੁੰਦਾ ਹੈ। ਤਾਂ ਸੱਚੇ ਪਾਤਸ਼ਾਹ ਜੀ ਨੇ ਇਹ 4 ਪੌੜੀਆਂ ਜਿਹੜੀਆਂ ਇਹ ਸੁਣਨ ਦੀਆਂ ਨਾਮ ਦੇ ਮਹਾਤਮ ਦੇ ਸੁਣਨ ਦੀਆਂ ਸਤਿਗੁਰੂ ਜੀ ਨੇ ਕਥਨ ਕੀਤੀਆਂ ਨੇ। ਜਿਹੜੀ ਪਹਿਲੀ ਸਟੇਜ ਹੈ ਜਗਿਆਸੂ ਦੀ ਵਾਹਿਗੁਰੂ ਜੀ ਦੀ ਪ੍ਰਾਪਤੀ ਵੱਲ ਜਦੋਂ ਪਰਮਾਰਥ ਦੇ ਰਾਹ ਤੇ ਤੁਰੀਦਾ ਹੈ ਤੇ ਸਭ ਤੋਂ ਪਹਿਲਾਂ ਨਾਮ ਦੇ ਸੁਣਨ ਨਾਲ ਪ੍ਰੀਤ ਪਾਈਦੀ ਹੈ। ਨਾਮ ਦਾ ਸੁਣਨਾ ਕੀ ਇਕਾਗਰਤਾ ਪ੍ਰਾਪਤ ਹੋਣੀ। ਕਿ ਸੁਣਿਆ ਸਾਡੇ ਕੋਲ ਉਦੋਂ ਹੀ ਜਾਂਦਾ ਹੈ ਜਦੋਂ ਅਸੀਂ ਧਿਆਨ ਦੇ ਵਿੱਚ ਇਕਾਗਰ ਹੋਈਏ। ਤੇ ਜੇ ਅਸੀਂ ਧਿਆਨ ਦੇ ਨਾਲ ਇਕਾਗਰਤਾ ਨਾਲ ਕਿਸੇ ਵੀ ਚੀਜ਼ ਨੂੰ ਸੁਣਦੇ ਨਹੀਂ ਤੇ ਉਹ ਸੁਣੀ ਹੋਈ ਵੀ ਜਿਹੜੀ ਹੈ ਉਹ ਸਾਨੂੰ ਸੁਣਦੀ ਨਹੀਂ। ਸੁਣਦਿਆਂ ਹੋਇਆਂ ਵੀ ਸਾਨੂੰ ਉਹਦਾ ਪਤਾ ਨਹੀਂ ਲੱਗਦਾ ਕਿਉਂਕਿ ਸਾਡੀ ਇਕਾਗਰਤਾ ਨਹੀਂ ਉਹਦੇ ਵੱਲ, ਸਾਡੇ ਮਨ ਦੀ ਤੀਬਰਤਾ ਨਹੀਂ ਹੈ ਉਹਦੇ ਵੱਲ, ਸਾਨੂੰ ਉਹਦੀ ਚੇਸ਼ਟਾ ਨਹੀਂ ਜਾਗੀ, ਭਾਵ ਇੱਛਾ ਨਹੀਂ ਸਾਡੇ ਮਨ ਦੇ ਅੰਦਰ ਜਾਗੀ, ਜਿਸ ਕਰਕੇ ਕਿ ਸੁਣਦਿਆਂ ਹੋਇਆਂ ਵੀ ਸਾਨੂੰ ਸੁਣਦਾ ਨਹੀਂ। ਤੇ ਇਸ ਕਰਕੇ ਮਹਾਰਾਜ ਜੀ ਨੇ ਕਿਹਾ ਜਦੋਂ ਨਾਮ ਸੁਣਨ ਲੱਗ ਜਾਈਏ ਨਾ ਤੇ ਨਾਮ ਦੇ ਜਦੋਂ ਸੁਣਨ ਵਿੱਚ ਆਪਣੀ ਪ੍ਰੀਤ ਲੱਗਦੀ ਹੈ, ਭਾਵ ਜਦੋਂ ਸੱਚਮੁੱਚ ਹੀ ਨਾਮ ਸੁਣਨ ਲੱਗ ਗਏ
ਤੇ ਫਿਰ ਇਹ ਜਿਹੜੀਆਂ ਬਰਕਤਾਂ ਨੇ ਨਾ ਗੁਰੂ ਸਾਹਿਬ ਨੇ ਇਹਨਾਂ ਪੌੜੀਆਂ ਵਿੱਚ ਜ਼ਿਕਰ ਕੀਤਾ ਹੈ, ਉਹ ਸਾਰੀਆਂ ਵਰਤਣ ਲੱਗ ਜਾਂਦੀਆਂ। ਪਰ ਗੱਲ ਇਹ ਆ ਵੀ ਅਸੀਂ ਸੁਣ ਨਹੀਂ ਪਾਉਂਦੇ। ਇਹ ਜ਼ਿਕਰ ਮੈਂ ਤਾਂ ਕੀਤਾ ਕਿਉਂਕਿ ਕਈ ਵਾਰੀ ਜਦੋਂ ਸਤਸੰਗਤ ਨਹੀਂ ਕਰਦੇ ਹੁੰਦੇ ਜੀਵ, ਤਾਂ ਉਹਨਾਂ ਨੂੰ ਹੁੰਦਾ ਵੀ ਅਸੀਂ ਤਾਂ ਬੜਾ ਕੀਰਤਨ ਸੁਣਦੇ ਹਾਂ, ਅਸੀਂ ਵੀ ਕੀ ਕਥਾ ਸੁਣਦੇ ਹਾਂ, ਤੇ ਪਰ ਗੁਰਦੁਆਰੇ ਸਾਹਿਬ ਜਾ ਕੇ ਉੱਥੇ ਪਕੌੜੇ ਛਕ ਆਉਣੇ, ਮਠਿਆਈਆਂ ਖਾ ਆਉਣੀਆਂ, ਇੱਧਰ ਉੱਧਰ ਦੀਆਂ ਗੱਲਾਂ ਬਾਤਾਂ, ਲੰਗਰ ਵਿੱਚ ਜੋ ਇੱਥੋਂ ਦਾ ਮਾਹੌਲ ਅਸੀਂ ਵੇਖਦੇ ਹਾਂ ਉਹ ਪਿਕਨਿਕ ਵਾਂਗੂ ਬਣਿਆ ਹੁੰਦਾ। ਤੇ ਕੀਰਤਨੀਏ ਵੀ ਉਹ ਬੋਲ ਨਹੀਂ ਸਕਦੇ ਕਿਉਂਕਿ ਪ੍ਰਬੰਧਕਾਂ ਦਾ ਬਹੁਤ ਜ਼ਿਆਦਾ ਇਹੋ ਜਿਹਾ ਪ੍ਰਭਾਵ ਹੁੰਦਾ ਕਿ ਉਹਨਾਂ ਨੂੰ ਬਦਲ ਦਿੱਤਾ ਜਾਂਦਾ, ਫਿਰ ਡਿਊਟੀ ਉਹਨਾਂ ਕੋਲ ਲੈ ਲਈ ਜਾਂਦੀ ਹੈ। ਇਸ ਕਰਕੇ ਉਹ ਵੀ ਆਪਦੀ ਡਿਊਟੀ ਕਰਦੇ ਆ। ਹਾਂ, ਜੇ ਕਰਦੇ ਆ ਉਹ ਵੀ ਸੁਣਨ ਲੱਗ ਜਾਣ, ਸਰੋਤਾ ਸੁਣਨ ਲੱਗ ਜੇ, ਫਿਰ ਇਹ ਕਲਾ ਵਰਤਦੀ ਹੈ। ਪਰ ਜੇ ਕਰਨ ਵਾਲਾ ਵੀ ਨਹੀਂ ਸੁਣਦਾ ਤੇ ਸਰੋਤਾ ਵੀ ਨਹੀਂ ਸੁਣਦਾ ਤੇ ਫਿਰ ਪ੍ਰਾਪਤੀ ਨਹੀਂ। ਤੇ ਜੇ ਭਾਵੇਂ ਦੋਵਾਂ ਚੋਂ ਕੋਈ ਸੁਣਨ ਲੱਗ ਜੇ, ਚਾਹੇ ਸਰੋਤਾ ਹੀ ਜੁੜ ਜੇ, ਉਹਨੂੰ ਇਹ ਸੁੱਖ ਪ੍ਰਾਪਤ ਹੋਣ ਲੱਗ ਜਾਂਦਾ। ਤੋ ਇਸ ਕਰਕੇ ਜਿਹੜਾ ਸੁਣਨਾ ਉਹ ਵੇਖਣਾ ਪੈਣਾ ਕਿ ਪ੍ਰੇਮ ਵਾਲਾ ਕਿ ਜਾਂ ਅਗਿਆਤ ਹੈ, ਮਨ ਦੇ ਅੰਦਰ ਕੋਈ ਇੱਛਾ ਜਾਗੀ ਨਹੀਂ। ਜਦੋਂ ਮਨ ਦੇ ਅੰਦਰ ਭੁੱਖ ਜਾਗਦੀ ਹੈ ਨਾ, ਤੇ ਭੁੱਖੇ ਨੂੰ ਹੀ ਪ੍ਰਸ਼ਾਦੇ ਦੀ ਅਹਿਮੀਅਤ ਪਤਾ ਹੁੰਦੀ ਹੈ, ਪਿਆਸੇ ਨੂੰ ਹੀ ਪਾਣੀ ਦੀ ਅਹਿਮੀਅਤ ਪਤਾ ਹੁੰਦੀ ਹੈ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਕਿ ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਏ ਦੁੱਖ। ਜਦੋਂ ਸੱਚੇ ਨਾਮ ਦੀ ਭੁੱਖ ਲੱਗਦੀ ਹੈ, ਫਿਰ ਨਾਮ ਸੁਣੀਦਾ ਹੈ। ਨਾਮ ਦੇ ਸੁਣਨ ਨਾਲ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਸਾਰੀਆਂ ਜਿਹੜੀਆਂ ਨਾ ਬਰਕਤਾਂ ਜੋ ਗੁਰੂ ਮਹਾਰਾਜ ਸਾਹਿਬ ਜੀ ਨੇ ਆਖੀਆਂ ਨੇ, ਇਹ ਵਰਤਣ ਲੱਗ ਜਾਂਦੀਆਂ ਹਨ। ਇਹ ਐਸੀ ਵਡਮੁੱਲੀ ਦਾਤ ਹੈ, ਬੜੀ ਸੂਖਸ਼ਮ ਹੈ ਇਹ ਸਤਿਗੁਰੂ ਜੀ ਦੀ ਸਿੱਖਿਆ। ਜਦੋਂ ਸਾਡਾ ਮਨ ਇਕਾਗਰ ਹੁੰਦਾ ਤੇ ਸੁਣ ਕੇ ਜਦੋਂ ਅਸੀਂ ਉਹਦੇ ਵਿੱਚ ਪ੍ਰੇਮ ਪਾਉਂਦੇ ਹਾਂ ਤੇ ਇਹ ਸ਼ਬਦ ਸਾਨੂੰ ਉੱਥੇ ਲਿਜਾਂਦਾ ਜਿੱਥੇ ਇਹ ਸ਼ਬਦ ਦਾ ਆਪਣਾ ਵਾਸ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਇਹੋ ਜਿਹਾ ਜੀਵਨ ਧਨ ਬਣ ਜਾਂਦਾ, ਉਹਦਾ ਜ਼ਿਕਰ ਅੱਜ ਦੀ ਪੌੜੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਨ ਲੱਗੇ ਕਿ ਨਾਮ ਦੇ ਸੁਣਨ ਨਾਲ ਜੀਵਨ ਦੇ ਅੰਦਰ ਕਿਹੋ ਜਿਹੀਆਂ ਵਡਮੁੱਲੀਆਂ ਦਾਤਾਂ ਜਿਹੜੀਆਂ ਉਹ ਪ੍ਰਾਪਤ ਹੁੰਦੀਆਂ। ਹਜ਼ੂਰ ਫਰਮਾਉਂਦੇ ਆ, ਇਵੇਂ ਹੀ ਸੁਣਿਆ ਪਾਠ ਜਿਹੜਾ ਹੈ ਸਿਹਾਰੀ ਨਾਲ ਸੁਣੀਏ ਬਿਹਾਰੀ ਨਹੀਂ ਲਾਉਣੀ, ਬਿਹਾਰੀ ਜਿਹੜਾ ਹੈ ਉਹਦੇ ਨਾਲ ਫਿਰ ਸੁਣੀਏ ਬਣ ਜਾਂਦਾ ਤੇ ਈੜੀ ਲੱਗ ਜਾਂਦੀ ਹੈ, ਸੁਣੀਏ ਸੁਣਿਆ। ਸੱਸੇ ਨੂੰ ਔਂਕੜ ਵੀ ਲਾਉਣਾ, ਨਾਣੇ ਨੂੰ ਸਿਹਾਰੀ ਲਾਉਣੀ, ਐੜੇ ਦਲਾਵਾਂ ਸੁਣਿਆ ਤੇ ਵਿਸ਼ਰਾਮ ਸੁਣਿਆ ਤੇ ਲੱਗਣਾ। ਸਰਾ ਗੁਣਾ ਕੇ ਗਾਹ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਆ ਕਿ ਜਿਹੜਾ ਨਾਮ ਨੂੰ ਪ੍ਰੀਤ ਨਾਲ ਸੁਣਦਾ ਨਾ, ਉਹ ਸਾਰੇ ਗੁਣਾਂ ਦੇ ਸਰੋਵਰ ਬਣ ਜਾਂਦੇ ਆ, ਭਾਵ ਸਮੁੰਦਰ ਬਣ ਜਾਂਦੇ ਆ ਗੁਣਾਂ ਦੇ, ਨਾਮ ਦੇ ਸੁਣਨ ਕਰਕੇ। ਇਹੋ ਜੀ ਨਾਮ ਦੀ ਮਹਿਮਾ ਹੈ ਕਿ ਇੱਕ ਗੁਣ ਨਹੀਂ, ਦੋ ਗੁਣ ਨਹੀਂ, ਉਹਨਾਂ ਕੋਲ ਨਾਮ ਦਾ ਜਿਹੜਾ ਨਾ ਉਹ ਖਜ਼ਾਨਾ ਉਹਨਾਂ ਕੋਲ ਆ ਜਾਂਦਾ ਹੈ। ਨਾਮ ਦੇ ਸੁਣਨ ਕਰਕੇ ਸਤ, ਸੰਤੋਖ, ਦਇਆ, ਧਰਮ, ਇਹ ਸ਼ੁਭ ਗੁਣ ਸਾਰੇ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਆ। ਫਿਰ
ਜਿਹੜਾ ਨਾ ਗਾਹ ਅਸਥਾਨ ਨੂੰ ਵੀ ਕਹਿੰਦੇ ਆ, ਉਹ ਸਾਰੇ ਗੁਣਾਂ ਦੇ ਥਾਂ ਬਣ ਜਾਂਦੇ ਆ। ਭਾਵ ਉਹ ਇਹੋ ਜਿਹਾ ਉਹਨਾਂ ਦਾ ਰਿਦਾ ਰੂਪੀ ਗਾਹ ਥਾਂ ਬਣ ਜਾਂਦਾ ਜਿੱਥੇ ਸਾਰੇ ਗੁਣ ਆ ਕੇ ਵਸ ਜਾਂਦੇ ਆ। ਗੁਣ ਧਾਰਨ ਕਰਨੇ ਬੜੇ ਡਾਢੇ ਔਖੇ ਆ, ਗੁਣ ਨਹੀਂ ਧਾਰਨ ਕੀਤੇ ਜਾਂਦੇ। ਉਦਮ ਦਾ ਗੁਣ ਹੀ ਨਹੀਂ ਧਾਰਨ ਕੀਤਾ ਜਾਂਦਾ, ਇੰਨਾ ਆਲਸ ਅੰਮ੍ਰਿਤ ਵੇਲੇ ਉੱਠਣ ਦਾ ਪੈਂਦਾ। ਜੀਵ ਕੋਲੋਂ ਉਦਮ ਦਾ ਗੁਣ ਨਹੀਂ ਧਾਰਨ ਕੀਤਾ ਜਾਂਦਾ। ਫਿਰ ਸਮਾਜ ਦੇ ਵਿੱਚ ਜਿਹੜਾ ਵਰਤੋਂ ਵਿਹਾਰ ਹੈ ਉਹਦੇ ਵਿੱਚ ਗੁਣ ਹੀ ਚੰਗੇ ਇਨਸਾਨ ਦੀ ਸ਼ਖਸੀਅਤ ਨੂੰ ਪ੍ਰਗਟ ਕਰਦੇ ਆ। ਜਿਹੜੀ ਸ੍ਰਿਸ਼ਟੀ ਦੇ ਲੋਕ ਬੇਚੈਨ ਹੁੰਦੇ ਆ, ਇੱਕ ਦੂਸਰੇ ਤੋਂ ਉਹਨਾਂ ਨੂੰ ਨਫ਼ਰਤ ਹੁੰਦੀ ਹੈ ਜਾਂ ਲੜਾਈਆਂ ਝਗੜੇ ਹੁੰਦੇ ਆ, ਉਹ ਇਸੇ ਕਰਕੇ ਹੁੰਦੇ ਆ ਕਿ ਆਪਣੇ ਆਪ ਵਿੱਚ ਗੁਣ ਨਹੀਂ ਧਾਰਨ ਕੀਤਾ। ਤੇ ਦੋਖ ਦ੍ਰਿਸ਼ਟੀ ਸੰਸਾਰ ਵਿੱਚ ਦਿਸਦੀ ਹੈ, ਪਰ ਜਿਨ੍ਹਾਂ ਕੋਲ ਗੁਣ ਹੁੰਦੇ ਆ ਉਹਨਾਂ ਨੂੰ ਦੋਖ ਦ੍ਰਿਸ਼ਟੀ ਸੰਸਾਰ 'ਚ ਨਹੀਂ ਦਿਸਦੀ, ਉਹਨਾਂ ਨੂੰ ਦੋਸ਼ ਆਪਣੇ ਵਿੱਚ ਦਿਸਦਾ। ਉਹ ਕਿਸੇ ਵਿੱਚ ਦੋਸ਼ ਨਹੀਂ ਕੱਢਦੇ, ਆਪਣੇ ਆਪ ਨੂੰ ਵਾਚਦੇ ਆ। ਤੇ ਇੱਕ ਬੜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਘਰ ਦੀ ਵਡਮੁੱਲੀ ਸਿੱਖਿਆ ਹੈ ਕਿ ਸਾਰੇ ਗੁਣਾਂ ਦੇ ਉਹ ਗਾਹ ਅਸਥਾਨ ਹੁੰਦੇ ਹੋਏ, ਸਾਰੇ ਗੁਣਾਂ ਦਾ ਸਮੁੰਦਰ ਹੁੰਦੇ ਹੋਏ, ਉਹ ਆਪਣੇ ਆਪ ਨੂੰ ਕਹਿੰਦੇ ਆ ਹਮ ਅਵਗੁਣ ਭਰੇ ਏਕ ਗੁਣ ਨਹੀਂ। ਇਹ ਨਿਮਰਤਾ ਸਿਖਾਈ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ। ਇੰਨੀ ਗਰੀਬ ਨਵਾਜ ਜੀ ਨੇ ਗਰੀਬੀ ਧਾਰਨ ਦਾ ਉਪਦੇਸ਼ ਦਿੱਤਾ ਹੈ ਕਿ ਸਾਰੇ ਗੁਣਾਂ ਨੂੰ ਧਾਰਨ ਕਰਨਾ ਤੇ ਫਿਰ ਆਪਣੇ ਆਪ ਨੂੰ ਨਿਰਗੁਣ ਜਾਣਨਾ। ਤੇ ਇਹ ਵੱਡਾ ਗੁਣ ਕਿਹੜਾ ਹੈ? ਨਿਮਰਤਾ ਦਾ। ਜੇ ਗੁਣ ਵਾਲੇ ਦੇ ਅੰਦਰ ਮੰਨ ਲਓ ਗੁਣ ਹੈ ਤੇ ਗੁਣਾਂ ਦਾ ਹੰਕਾਰ ਆ ਗਿਆ, ਸਾਰੇ ਗੁਣ ਔਗਣ ਦਾ ਰੂਪ ਧਾਰਨ ਕਰ ਜਾਂਦੇ। ਮਹਾਰਾਜ ਨੇ ਕਿਹਾ ਨਾ ਬਾਣੀ 'ਚ, ਨਾਨਕ ਤੇ ਨਰ ਅਸਲ ਖਰ, ਖਰ ਕਹਿੰਦੇ ਖੋਤੇ ਨੂੰ, ਜੇ ਬਿਨ ਗੁਣ ਗਰਭ ਕਰੰਤ। ਇੱਕ ਤਾਂ ਗੁਣ ਹੁੰਦੇ ਆ, ਇੱਕ ਕੋਈ ਗੁਣ ਨਹੀਂ ਹੁੰਦਾ ਤੇ ਤਾਂ ਵੀ ਗਰਭ ਹੰਕਾਰ ਕਰਦੇ ਵੀ ਮੇਰੇ ਬਰਾਬਰ ਨਾ ਕੋਈ ਨਹੀਂ ਹੋ ਸਕਦਾ। ਕਹਿੰਦੇ ਉਹ ਸਾਰੀ ਸ੍ਰਿਸ਼ਟੀ ਜੋ ਬ੍ਰਹਮਾ ਜੀ ਨੇ ਮੇਰੇ ਵਰਗਾ ਤਾਂ ਪੈਦਾ ਹੀ ਨਹੀਂ ਕੀਤਾ, ਮੈਂ ਹੀ ਆ ਬਸ। ਇਹ ਗੁਣ ਕੋਈ ਵੀ ਨਹੀਂ, ਨਾ ਕੋਈ ਬੋਲਣ ਦੀ ਲਿਆਕਤ, ਨਾ ਕੋਈ ਸਲੀਕਾ, ਨਾ ਸਮਾਜ ਵਿੱਚ ਵਰਤੋਂ ਵਿਹਾਰ ਆਉਂਦਾ, ਔਗਣ ਹੀ ਔਗਣ ਹੈ। ਤੇ ਪਰ ਹੰਕਾਰ ਹੈ ਕੋਲ ਵੀ ਮੇਰੇ ਵਰਗਾ ਨਹੀਂ ਕੋਈ। ਤੇ ਉਹਨੂੰ ਮਹਾਰਾਜ ਸਾਹਿਬ ਨੇ ਆਖਿਆ ਹੈ ਕਿ ਨਾਨਕ ਤੇ ਨਰ ਅਸਲ ਖਰ। ਮਹਾਰਾਜ ਕਹਿੰਦੇ ਉਹ ਅਸਲੀ ਖੋਤਾ ਹੈ। ਅਸਲੀ ਖੋਤੇ ਮੁਲਤਾਨ ਦੇ ਜਿਹੜੇ ਵੱਡੇ ਖੋਤੇ ਹੁੰਦੇ ਉਹਨਾਂ ਨੂੰ ਅਸਲੀ ਖੋਤੇ ਕਿਹਾ ਜਾਂਦਾ। ਆ ਜਿਹੜੇ ਇੱਧਰ ਆਪਾਂ ਵੇਖਦੇ ਆ, ਇਹ ਅਸਲੀ ਖੋਤੇ ਨਹੀਂ, ਇਹ ਛੋਟੇ ਖੋਤੇ ਆ। ਜਿਹੜਾ ਗੁਣਾਂ ਵਾਲਾ ਹੰਕਾਰ ਕਰਦਾ ਨਾ, ਉਹ ਇਹ ਛੋਟੇ ਖੋਤੇ ਵਰਗਾ ਮਹਾਰਾਜ ਨੇ ਆਖਿਆ। ਜਿਹੜੇ ਆ ਭਾਰਤ ਵਿੱਚ ਵੇਖਦੇ ਆਪਾਂ, ਉਹ ਕਹਿੰਦੇ ਜਿਹੜਾ ਗੁਣਾਂ ਵਾਲਾ ਹੰਕਾਰ ਕਰੇ, ਗੁਣ ਹੋਣ ਤੇ ਗੁਣਾਂ ਦਾ ਹੰਕਾਰ ਕਰੇ, ਉਹ ਇਹ ਖੋਤਾ ਵਾ। ਤੇ ਜਿਹੜਾ ਗੁਣਾਂ ਤੋਂ ਬਿਨਾਂ ਹੰਕਾਰ ਕਰਦਾ, ਗੁਣ ਕੋਈ ਵੀ ਨਹੀਂ, ਉਹ ਅਸਲੀ ਖੋਤਾ ਮੁਲਤਾਨੀ। ਨਾਨਕ ਤੇ ਨਰ ਅਸਲ ਖਰ, ਅਸਲੀ ਖਰ ਖੋਤਾ, ਜੇ ਬਿਨ ਗੁਣ ਗਰਭ ਕਰੰਤ, ਬਿਨਾਂ ਗੁਣਾਂ ਤੋਂ ਜਿਹੜਾ ਹੰਕਾਰ ਕਰਦਾ ਹੈ। ਹੁਣ ਆਪਾਂ ਜੇ ਵੇਖੀਏ ਤਾਂ ਭਾਈ ਗੁਰਦਾਸ ਸਾਹਿਬ ਜੀ ਵਰਗਾ ਕੋਈ ਹੋ ਸਕਦਾ ਜਿਨ੍ਹਾਂ ਨੂੰ ਸਤਿਗੁਰਾਂ ਜੀ ਨੇ ਆਪਣੀਆਂ ਰਹਿਮਤਾਂ ਨਾਲ ਨਵਾਜਿਆ ਹੋਵੇ, ਜਿਨ੍ਹਾਂ ਦੀ ਬਾਣੀ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਕੁੰਜੀ ਕਿਹਾ ਹੋਵੇ ਬਾਣੀ ਦੀ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕੁੰਜੀ ਹੈ ਭਾਈ ਗੁਰਦਾਸ ਜੀ ਤੁਹਾਡੀ ਬਾਣੀ। ਇਹ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਐਡੀਆਂ ਰਹਿਮਤਾਂ ਨਾਲ ਨਵਾਜਿਆ। ਜੇ ਭਾਈ ਗੁਰਦਾਸ ਸਾਹਿਬ ਨੂੰ ਪੁੱਛੀਏ ਕਿ ਮਹਾਰਾਜ ਤੁਸੀਂ ਬ੍ਰਹਮ ਗਿਆਨੀ ਹੋ, ਤੁਸੀਂ ਤਾਂ ਮਹਾਂਪੁਰਖ ਹੋ, ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ, ਚੋਰ ਜਾਰ ਜੂਆਰ ਹਉ ਪਰ ਘਰ ਜੋ ਹੰਦਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਉ ਅਪਰਾਧੀ ਗੁਨਹਗਾਰ, ਮਹਾਰਾਜ ਮੈਂ ਤਾਂ ਅਪਰਾਧੀ ਹਾਂ, ਸੱਚੇ ਪਾਤਸ਼ਾਹ ਗੁਨਾਹਗਾਰ ਹਾਂ ਆਪ ਦਾ। ਇਹ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ। ਜਿਵੇਂ ਉਹ
कल के परसों शायद उपदेश आ रहा सी, लूण हरामी, गुनहगार, बेगाना, अल्प मत। ये जिन्हां नूं सच्चे पातशाह जी निमरता का गुण दे दिंदे आ, उन्हां नूं ये दात प्राप्त हो जाती है। सारे गुणां दे वो स्थान बन जाते हैं, अथवा कि सारे गुणां दे वो समुंदर बन जाते हैं। ते हुंदा किवें? नाम दे सुणन नाल। जदों नाम दी महिमा सुणीए तो सच्चे पातशाह जी महाराज कहंदे आ जिहड़ा है उन्हां दे कोल सारे ही गुण आ जांदे। जिवें जल नीवें पासे नूं चलदा ना, ते इवें जिहड़े हिरदे विच निर्माणता आ जांदी है, उधर सारे ही जिहड़ा गुणा रूपी जल जिहड़ा उत्थे आ जांदा। फिर ते वो निमरता आउंदी किवें? नाम दे सुणन नाल। इस करके सतगुरु जी ने कहा, सिद्धो सुनिया सरा गुणा के गाह। नाम दे सुनन करके वो सरा सारे गुणा दे, इदां भी ला लेना, वो सारे गुणा दे गाह समुंदर बन जाते हैं, गाह अस्थान बन जाते हैं। उन्हां दे हृदय रूपी गाह थां दे उत्ते सारे गुण वसदे आ। फिर सरा एक सर दा अर्थ तीर भी हुंदा ते सरा बहुते तीर, ते गाह दा अर्थ चिल्ला भी हुंदा है। सच्चे पातशाह जी महाराज कहंदे आ, सुनन करके पता लगदा है कि तीर किहड़ा है, चिल्ला किहड़ा है, ते इहनूं चलाउणा किवें है। जिवें ये थोड़ा जिहा जिद्दां महंगा है, पर ध्यान देना। बाबा फरीद साहब जी ने कहा ना, जिहड़ा नाम नूं सुणदा है ਉਹਦੀ ਰਸਨਾ ਦੇ ਬਚਨ ਤੀਰ ਬਣ ਜਾਂਦੇ ਆ, ਤੇ ਜ਼ਬਾਨ ਚਿੱਲੇ ਦੀ ਨਿਆਈ ਹੁੰਦੀ ਹੈ। ਤੇ ਕਹਿੰਦੇ ਆ ਕਿ ਸਬਰ ਅੰਦਰ ਸਾਬਰੀ, ਤਨ ਏਵੈ ਜਾ ਲੇਨ, ਹੋਣ ਨਜੀਕ ਖੁਦਾਏ ਦੇ ਭੇਦ ਨਾ ਕਿਸੈ ਦੇਨ। ਉਹ ਆਪਣੇ ਕਿਸੇ ਨੂੰ ਆਪਣਾ ਭੇਦ ਨਹੀਂ ਦਿੰਦੇ, ਵਾਹਿਗੁਰੂ ਦੇ ਲਾਗੇ ਹੁੰਦੇ ਆ। ਨਾਮ ਦੀ ਮਹਿਮਾ ਸੁਣ ਸੁਣ ਕੇ ਇੰਨੇ ਗੁਣ ਆ ਜਾਂਦੇ ਆ, ਆਪਣਾ ਆਪ ਪ੍ਰਗਟ ਨਹੀਂ ਕਰਦੇ। ਇੰਨੀ ਗਰੀਬੀ ਰੱਖਦੇ, ਇੰਨੀ ਨਿਮਰਤਾ ਰੱਖਦੇ ਆ। ਤੇ ਜਿਹੜਾ ਹੈ ਫਿਰ ਨਾਮ ਦੀ ਮਹਿਮਾ ਨੂੰ ਸੁਣਨ ਦੇ ਨਾਲ ਜ਼ਬਾਨ ਦੇ ਕਹੇ ਹੋਏ ਵਾਕ ਉਹ ਤੀਰਾਂ ਦੀ ਤਰ੍ਹਾਂ ਚੱਲ ਜਾਂਦੇ ਆ। ਮਹਾਰਾਜ ਸਾਹਿਬ ਜੀ ਨੇ ਬਾਣੀ 'ਚ ਵੀ ਕਿਹਾ ਨਾ ਕਿ ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੈ। ਵਾਹਿਗੁਰੂ ਦਾ ਨਾਮ ਸਰਵਣ ਕਰਨੇ ਕਰਕੇ ਜਿਹੜਾ ਏਡਾ ਬਾਣੀ ਵਿੱਚ ਬਲ ਆ ਜਾਂਦਾ ਹੈ, ਸ਼ਕਤੀ ਆ ਜਾਂਦੀ ਹੈ ਕਿ ਉਹਨਾਂ ਦੇ ਜ਼ਬਾਨ ਦੇ ਚੱਲੇ ਹੋਏ ਵਾਕ ਜਿਹੜੇ ਆ ਉਹ ਫਿਰ ਫਿਰਦੇ ਨਹੀਂ, ਨਾਸ਼ ਨਹੀਂ ਹੁੰਦੇ। ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਉਹ ਨਾਮ ਦੇ ਸਰਵਣ ਕਰਨੇ ਕਰਕੇ ਪ੍ਰੇਮ ਦੇ ਤੀਰ ਜਿਹੜੇ ਆ ਉਹ ਚਲਾਉਂਦੇ ਆ, ਪ੍ਰੇਮ ਦੇ ਵਾਕ ਆਪਣੇ ਮੁਖ ਤੋਂ ਬੋਲਦੇ ਆ। ਨਿਸ਼ਚਾ ਰੂਪੀ ਚਿੱਲਾ ਪ੍ਰਾਪਤ ਹੋ ਜਾਂਦਾ ਹੈ, ਆਤਮ ਵਿਛਾਣੀ ਬੁੱਧੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ, ਭਗਤੀ ਰੂਪੀ ਕਮਾਨ ਪ੍ਰਾਪਤ ਹੋ ਜਾਂਦੀ ਹੈ। ਫਿਰ ਉਹ ਪ੍ਰੇਮ ਰੂਪੀ ਤੀਰ ਨੂੰ ਨਿਸ਼ਚੇ ਰੂਪੀ ਚਿੱਲੇ ਤੇ ਜੋੜ ਕੇ ਆਤਮ ਵਿਛਾਣੀ ਬੁੱਧੀ ਜਾਂ ਪ੍ਰੇਮ ਭਗਤੀ ਰੂਪੀ ਕਮਾਨ ਦੁਆਰਾ ਲਕਸ਼ ਦੇ ਉੱਤੇ ਜਦੋਂ ਮਾਰਦੇ ਆ, ਨਿਸ਼ਾਨਾ ਮਾਰਦੇ ਆ, ਐਸਾ ਪ੍ਰੇਮ ਨਾਲ ਵਾਹਿਗੁਰੂ ਦਾ ਜਸ ਕਰਦੇ ਆ ਕਿ ਸਰਵਣ ਕਰਨ ਵਾਲਿਆਂ ਦਾ ਹਿਰਦਾ ਰੂਪੀ ਜਿਹੜਾ ਥਾਂ ਹੈ ਨਾ ਬੰਨਿਆ ਜਾਂਦਾ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਮਹਾਰਾਜ ਤੋਂ ਉਪਦੇਸ਼ ਪਾਇਆ ਸੀ ਨਾ ਜਦੋਂ, ਤੇ ਇਹ ਵਾਕ ਕਹੇ ਸੀ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਔਰਾ ਕਲੇਜੇ ਛੇਕ। ਕਬੀਰ ਸਾਹਿਬ ਜੀ ਕਹਿੰਦੇ ਫਿਰ ਨਾਮ ਦੀ ਮਹਿਮਾ ਜਿਹੜੀ ਸੀ ਨਾ ਉਹ ਸੁਣ ਕਰਕੇ ਗੁਰੂ ਨਾਨਕ ਸਾਹਿਬ ਜੀ ਤੋਂ ਮੇਰੇ ਹਿਰਦੇ ਰੂਪੀ ਥਾਂ 'ਚ ਬੈਰਾਗ ਰੂਪੀ ਛੇਕ ਪੈ ਗਿਆ। ਤੇ ਉਹ ਇਹਦੇ ਤੇ ਮੈਂ ਮਾੜਾ ਜਿਹਾ ਬੇਨਤੀ ਕਰਦਾ ਕਿਉਂਕਿ ਜ਼ਿਕਰ ਆਇਆ। ਭਗਤ ਕਬੀਰ ਸਾਹਿਬ ਦੇ ਕਈ ਰਾਈਟਰਾਂ ਨੇ ਲਿਖ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਨਾਲ ਮੇਲ ਨਹੀਂ ਸੀ ਹੋਇਆ ਤੇ ਉਹਨਾਂ ਦੇ ਸਮੇਂ ਦਾ ਜਿਹੜਾ ਹੈ ਉਹ ਵਕਫਾ ਲਿਖ ਦਿੱਤਾ ਬਹੁਤ ਜ਼ਿਆਦਾ, ਪਰ ਉਹ ਉਹਨਾਂ ਨੇ ਗਲਤ ਕਿਆਸ ਰਾਈਆਂ ਲਾ ਕੇ ਲਿਖਿਆ। ਭਗਤ ਕਬੀਰ ਸਾਹਿਬ ਦੀ ਉਮਰ ਬਹੁਤ ਲੰਬੀ ਹੋਈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਾਲ ਮਿਲਾਪ ਜਿਹੜਾ ਹੈ ਉਹਨਾਂ ਦਾ ਬਹੁਤ ਸਾਰੇ ਰਾਈਟਰਾਂ ਨੇ ਸਿੱਧ ਵੀ ਕੀਤਾ ਹੈ। ਤੇ ਸੰਪਰਦਾ ਦਾ ਵੀ ਇਹ ਮੰਨਣਾ ਹੈ ਕਿ ਕਬੀਰ ਸਾਹਿਬ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦਰਸ਼ਨ ਹੋਏ ਸੀ। ਨਾਮ ਸੁਣਨ ਵਾਲਿਆਂ ਦੇ
ਅੰਦਰ ਧਰਮ ਰੂਪੀ ਧਨਖ ਵੀ ਆ ਜਾਂਦਾ ਹੈ ਤੇ ਗੁਣਾ ਰੂਪੀ ਕਿੱਲਾ ਹੈ, ਸਰ ਤੀਰ ਜਿਹੜਾ ਹੈ ਫਿਰ ਪ੍ਰੇਮ ਰੂਪੀ ਤੀਰ ਹੈ ਤੇ ਲਕਸ਼ ਜਿਹੜਾ ਕੀ ਆ ਵਾਹਿਗੁਰੂ ਦੀ ਪ੍ਰਾਪਤੀ ਰੂਪੀ ਲਕਸ਼ ਵਾ। ਧਰਮ ਨੂੰ ਕਮਾਉਂਦੇ ਆ, ਪ੍ਰੇਮ ਨੂੰ ਧਾਰਨ ਕਰਦੇ ਆ ਤੇ ਗੁਣਾ ਰੂਪੀ ਕਿੱਲੇ ਦੇ ਉੱਤੇ ਚਾੜ ਕਰਕੇ ਜਦੋਂ ਉਹ ਇਹ ਤੀਰ ਚਲਾਉਂਦੇ ਆ ਤੇ ਫਿਰ ਉਹਨਾਂ ਨੂੰ ਕੀ ਹੈ ਵਾਹਿਗੁਰੂ ਰੂਪੀ ਲਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ, ਵਾਹਿਗੁਰੂ ਦੇ ਨਿਰੰਕਾਰ ਦੀ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਇਹ ਫਿਰ ਸੁਣ ਕੇ ਹੀ ਪਤਾ ਲੱਗਦਾ ਨਾ ਕਿ ਗੁਣ ਕੀ ਹੈ, ਤੇ ਗੁਣਾਂ ਦੀ ਮਹਿਮਾ ਸੁਣ ਕੇ ਪਤਾ ਲੱਗਦਾ ਹੈ ਕਿ ਭਾਈ ਇਹ ਅਸਥਾਨ ਤੇ ਉੱਤੇ ਗੁਰੂ ਜੀ ਦੀ ਮਹਿਮਾ ਦੇ ਨਾਲ ਸੁਭ ਗੁਣਾਂ ਦੀ ਦਾਤ ਪ੍ਰਾਪਤ ਹੁੰਦੀ ਹੈ। ਉਹ ਅਸਥਾਨ ਹੈ ਗੁਰੂ ਕੀ ਸਾਧ ਸੰਗਤ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਗੁਣਾਂ ਦੀ ਮਹਿਮਾ ਸੁਣ ਕੇ, ਗੁਣਾਂ ਦੀ ਬਾਰੇ ਗਿਆਨ ਪਾ ਕੇ ਗੁਰਸਿੱਖਾਂ ਵੱਲ ਜਦੋਂ ਵੇਖੀਦਾ ਤੇ ਗੁਰਸਿੱਖਾਂ ਦੇ ਅੰਦਰੋਂ ਉਹ ਗੁਣ ਜਦੋਂ ਪ੍ਰਕਾਸ਼ਿਤ ਹੁੰਦੇ ਆ ਫਿਰ ਪਤਾ ਲੱਗਦਾ ਹੈ ਕਿ ਗੁਣਾਂ ਦੀ ਗਾਹ ਥਾਂ ਨੇ ਗੁਰਸਿੱਖ, ਇਹ ਗੁਣਾਂ ਨੂੰ ਧਾਰਨ ਕਰਨ ਵਾਲੇ ਆ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਤ ਸੰਤੋਖ ਆਦਿਕ ਜਿਹੜੇ ਗੁਣਾਂ ਨੂੰ ਉਹ ਧਾਰਨ ਕਰਨ ਵਾਲੇ ਤਤ ਬੇਤੇ ਬਣ ਜਾਂਦੇ ਆ। ਜਿਹੜਾ ਹੈ ਉਹ ਮੁੱਖ ਅਰਥ ਦੇ ਰੂਪ ਵਿੱਚ ਜਾਣਨਾ ਕਿ ਉਹ ਗੁਣਾਂ ਦੇ ਜਿਹੜੇ ਆ ਸਾਰੇ ਗੁਣਾਂ ਦੇ ਗਾਹ ਅਸਥਾਨ ਬਣ ਜਾਂਦੇ ਆ, ਗਾਹ ਸਮੁੰਦਰ ਬਣ ਜਾਂਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹੋ ਜਿਹਾ ਉਹਨਾਂ ਦੇ ਅੰਦਰ ਨਾਮ ਦਾ ਸਰਾ ਤੋਂ ਸਰੋਵਰ ਵੀ ਲਾ ਲੈਣਾ ਕਿ ਨਾਮ ਦਾ ਸਰੋਵਰ ਜਿਹੜਾ ਹੈ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਤੇਰੇ ਸਾਰੇ ਇੰਦਰੇ ਆ ਉਹ ਜਿਹੜੇ ਆ ਉਹਨਾਂ ਦੇ ਅੰਦਰ ਜਿਹੜੇ ਬੁਰੇ ਭਾਵ ਹੁੰਦੇ ਇੰਦਰੀਆਂ ਦੇ ਤੇ ਗਾਹ ਦਾ ਅਰਥ ਦਬਾਉਣਾ ਵੀ ਹੁੰਦਾ, ਉਹ ਸਾਰੇ ਜਿਹੜੇ ਆ ਵਕਾਰ ਔਗਣ ਉਹਨਾਂ ਨੂੰ ਉਹ ਦਬਾ ਲੈਂਦੇ ਆ, ਭਾਵ ਨਾਸ਼ ਕਰ ਦਿੰਦੇ ਆ ਤੇ ਗੁਰਮੁਖ ਜਿਹੜੇ ਆ ਉਹ ਸੂਰਮੇ ਬਣਦੇ ਆ ਨਾਮ ਨੂੰ ਸਰਵਣ ਕਰਕੇ। ਪਰਮੇਸ਼ਰ ਦੇ ਨਾਮ ਨੂੰ ਸਰਵਣ ਕਰਕੇ ਉਹਨਾਂ ਨੂੰ ਇਹ ਬ੍ਰਹਮ ਗਿਆਨ ਰੂਪੀ ਗਾਹ ਅਸਥਾਨ ਦੀ ਜਿਹੜੀ ਆ ਤੁਰਿਆ ਪਦ ਅਵਸਥਾ ਦੀ ਇਹ ਦਾਤ ਪ੍ਰਾਪਤ ਹੁੰਦੀ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜੇ ਸੁਣਦੇ ਆ ਨਾ, ਗਾਹ ਦਾ ਅਰਥ ਵਿਚਾਰਨਾ ਵੀ ਹੁੰਦਾ ਹੈ। ਵਾਹਿਗੁਰੂ ਦੇ ਨਾਮ ਨੂੰ ਜਿਹੜੇ ਸੁਣਦੇ ਆ ਤੇ ਫਿਰ ਵਿਚਾਰਦੇ ਆ ਉਹ ਗੁਣਾਂ ਦੇ ਸਰਾ ਸਰੋਵਰ ਬਣ ਜਾਂਦੇ ਆ, ਗੁਣਾਂ ਦੇ ਸਮੁੰਦਰ ਬਣ ਜਾਂਦੇ ਆ। ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਨੂੰ ਸੁਣਨੇ ਕਰਕੇ ਵਾਹਿਗੁਰੂ ਜੀ ਦੇ ਨਾਮ ਤੋਂ ਉਹਨਾਂ ਨੂੰ ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਸਾਰੇ ਗੁਣਾਂ ਦੇ ਦਾਤੇ ਵਾਹਿਗੁਰੂ ਜੀ ਹਨ ਤੇ ਉਹਨਾਂ ਨੂੰ ਫਿਰ ਉਹ ਗੁਣ ਜਿਹੜੇ ਆ ਨਾਮ ਦੇ ਸਰੋਤੇ ਨੂੰ ਇਹ ਪ੍ਰਾਪਤ ਹੋ ਜਾਂਦੇ ਆ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹੋ ਜੀ ਬਖਸ਼ਿਸ਼ ਰਹਿਮਤ ਜਿਹੜੀ ਆ ਉਹ ਸਿੱਧੋ ਪ੍ਰਾਪਤ ਹੁੰਦੀ ਹੈ। ਫਿਰ ਹਜੂਰ ਅਗਲੀ ਪੰਕਤੀ ਵਿੱਚ ਕਹਿੰਦੇ ਆ ਸੁਣਿਆ ਸੇਖ ਪੀਰ ਪਾਤਸ਼ਾਹ, ਨਾਮ ਦੇ ਸੁਣਨ ਨਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜਿੰਨੇ ਸ਼ੇਖ ਜਿਹੜੇ ਹੁੰਦੇ ਆ ਨਾ, ਇਹ ਮੁਸਲਮਾਨਾਂ ਦੇ ਅੰਦਰ ਬਿਰਧ ਜਾਤੀ ਵਾਲੇ ਜਿਹੜੇ ਹੁੰਦੇ ਆ ਉਹਨਾਂ ਨੂੰ ਸ਼ੇਖ ਕਹਿੰਦੇ ਆ ਤੇ ਪੀਰ ਜਿਹੜੇ ਆ ਇਹਨਾਂ ਦੇ ਵੱਡੇ ਜਿਹੜੇ ਆ ਜਿਹੜੇ ਧਰਮ ਦੀ ਵਿਵਸਥਾ ਨੂੰ ਦੱਸਦੇ ਆ ਤੇ ਉਹਨਾਂ ਨੂੰ ਪੀਰ ਕਹਿੰਦੇ ਆ। ਪਾਤਸ਼ਾਹ ਜਿਹੜੇ ਆ ਵੱਡੇ ਵੱਡੇ ਜਿਹੜੇ ਰਾਜੇ ਆਦਿਕ ਉਹਨਾਂ ਨੂੰ ਜਿਹੜਾ ਹੈ ਪਾਤਸ਼ਾਹ ਕਿਹਾ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਪਹਿਲਾਂ ਤਾਂ ਸੁਣ ਕੇ ਹੀ ਪਤਾ ਲੱਗਦਾ ਨਾ ਵੀ ਇਹ ਸ਼ੇਖ ਹੈ, ਇਹ ਪੀਰ ਹੈ, ਇਹ ਪਾਤਸ਼ਾਹ ਹੈ। ਇਹ ਜਿਹੜੇ ਅਰਬੀ ਦਾ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿੱਥੇ ਬਜ਼ੁਰਗ ਦੇ ਵੀ ਆਪਾਂ ਵੱਡੇ ਦੇ ਵੀ ਆਗੂ ਤੇ ਵੀ ਇਹ ਜਿਹੜੇ ਆ ਨਾ ਸ਼ਬਦ ਜਿਹੜੇ ਆ ਉਹ ਲਾ ਸਕਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜਿੰਨੇ ਇਹ ਵੱਡੇ ਅਹੁਦੇ ਹਨ ਜਾਂ ਇਹ ਵੱਡੇ ਹੋਏ ਆ ਇਹ ਨਾਮ ਦੇ ਸੁਣਨੇ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਵੱਡੇ ਹੋਏ ਆ। ਵਾਹਿਗੁਰੂ ਦੇ ਨਾਮ ਦੇ ਸੁਣਨ ਦੀ ਮਹਿਮਾ ਐਸੀ ਹੈ, ਜਿਹੜਾ ਹੈ ਸ਼ੇਸ਼ਨਾਗ ਉਹ ਵੀ ਵਾਹਿਗੁਰੂ ਦੇ ਨਾਮ ਦੀ ਮਹਿਮਾ ਸੁਣ ਰਿਹਾ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜਾ ਵੀ ਨਾਮ ਨੂੰ ਸੁਣਦਾ ਹੈ ਉਹ ਮੇਰਾ ਵਾਹਿਗੁਰੂ ਉਹਨਾਂ ਨੂੰ ਸੰਸਾਰ ਦੇ ਅੰਦਰ ਵੱਡਿਆਂ ਤੋਂ ਵੱਡਾ ਜਿਹੜਾ ਹੈ ਉਹ ਬਣਾ ਦਿੰਦਾ ਹੈ। ਜਿਹੜਾ ਹੈ ਵਾਹਿਗੁਰੂ ਦਾ ਨਾਮ ਇਹਦੇ ਸੁਣਨ ਨਾਲ ਸੰਸਾਰ ਦੇ ਅੰਦਰ
ਜਿਹੜੀ ਹੈ ਇਸ ਧਰਤੀ ਦੀ ਪਾਤਸ਼ਾਹੀ ਵੀ ਪ੍ਰਾਪਤ ਹੋ ਜਾਂਦੀ ਹੈ ਤੇ ਅਸਲ ਵਿੱਚ ਉਹ ਜਿਹੜੇ ਆ ਸੱਚੇ ਤਖਤ ਦੇ ਪਾਤਸ਼ਾਹ ਬਣ ਜਾਂਦੇ ਆ। ਜਿਵੇਂ ਗੁਰੂ ਸਾਹਿਬ ਜੀ ਨੇ ਜਦੋਂ ਆਪਣਾ ਇਹਨੇ ਔਰੰਗਜ਼ੇਬ ਨੇ ਆਪਣੇ ਭਰਾ ਦਾਰਾ ਸ਼ਿਕੋਹ ਨੂੰ ਮਾਰ ਦਿੱਤਾ ਸੀ ਨਾ, ਤੇ ਗੁਰੂ ਸਾਹਿਬ ਨੇ ਉਹਨੂੰ ਸ਼ਰਨ ਦਿੱਤੀ ਸੀ। ਤੇ ਫਿਰ ਜਦੋਂ ਮਹਾਰਾਜ ਦੇ ਕੋਲ ਇਹ ਖਬਰ ਆਈ ਕਿ ਮਹਾਰਾਜ ਉਹ ਤਾਂ ਮਾਰ ਦਿੱਤਾ ਉਹਨੂੰ ਦਾਰਾ ਸ਼ਿਕੋਹ ਨੂੰ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਇਉਂ ਆਖਿਆ, ਅੱਛਾ ਜੇ ਸਾਡੀ ਸੰਗਤ ਕਰਦਾ ਰਿਹਾ, ਨਾਮ ਦੀ ਮਹਿਮਾ ਸੁਣਦਾ ਰਿਹਾ, ਤੇ ਅਸੀਂ ਦਾਰਾ ਸ਼ਿਕੋਹ ਨੂੰ ਨਾ ਪਰਲੋਕ ਜਿਹੜਾ ਹੈ ਪਰਲੋਕ ਦਾ ਰਾਜ ਦਿੰਦੇ ਆ। ਤੇ ਇਹ ਜਦੋਂ ਮਹਾਰਾਜ ਆਖਿਆ ਤੇ ਨਰੰਗੇ ਕੋਲ ਫਿਰ ਖਬਰ ਪਹੁੰਚਾਈ ਕਿਸੇ ਨੇ ਕਿ ਵੀ ਤੂੰ ਤਾਂ ਮਾਰਿਆ ਉਹਨੂੰ, ਤੇ ਗੁਰੂ ਸਾਹਿਬ ਜੀ ਨੇ ਕਿਹਾ ਉਹਨੂੰ ਅਸੀਂ ਪਰਲੋਕ ਦਾ ਰਾਜ ਦਿੰਦੇ ਆ। ਤੇ ਨਰੰਗੇ ਨੇ ਫਿਰ ਮਹਾਰਾਜ ਸਾਹਿਬ ਜੀ ਨੂੰ ਇਹ ਸੁਨੇਹਾ ਭੇਜਿਆ ਕਿ ਜਿਹਨੂੰ ਮੈਂ ਇੰਨੀ ਬੇਰਹਿਮੀ ਨਾਲ ਮਾਰਿਆ ਉਹਨੂੰ ਤੁਸੀਂ ਕਹਿੰਦੇ ਆ ਮੈਂ ਰਾਜਾ ਬਣਾ ਦਿੱਤਾ ਸੀ ਤੇ ਪਰਲੋਕ ਦਾ ਰਾਜ ਦਿੱਤਾ, ਤੇ ਇਹ ਕਿਹੋ ਜਿਹੀਆਂ ਅਣਹੋਈਆਂ ਗੱਲਾਂ ਤੁਸੀਂ ਕਰਦੇ ਆ। ਤੇ ਗੁਰੂ ਸਾਹਿਬ ਜੀ ਨੇ ਫਿਰ ਕਿਹਾ ਕਿ ਜੇ ਨਰੰਗੇ ਨੂੰ ਕਹੋ ਵੇਖਣਾ ਚਾਹੁੰਦਾ ਹੈ, ਰਾਤ ਨੂੰ ਆਪਣੇ ਭਰਾ ਨੂੰ ਚੇਤੇ ਕਰਕੇ ਸੌਵੇਂ ਤੇ ਉਹਨੂੰ ਫਿਰ ਦਿਸੂ ਸੁਪਨੇ 'ਚ ਜਿਹੜਾ ਹੈ ਦਾਰਾ ਸ਼ਿਕੋਹ ਕਿੱਥੇ ਗਿਆ। ਉਹ ਫਿਰ ਜਦੋਂ ਨਰੰਗਾ ਰਾਤ ਨੂੰ ਸੁਪਨਾ ਚੇਤੇ ਕਰਕੇ ਸੁੱਤਾ ਤੇ ਉਹਨੂੰ ਸੁਪਨਾ ਆਇਆ ਵੀ ਦਾਰਾ ਸ਼ਿਕੋਹ ਨਾ ਬੜੇ ਸੁੰਦਰ ਸੋਨੇ ਦੇ ਤਖਤ ਦੇ ਉੱਤੇ ਸਜਿਆ ਬੈਠਾ ਹੈ, ਉਹਦੇ ਚੌਰ ਹੋ ਰਹੀ ਹੈ, ਅਮੀਰ ਵਜ਼ੀਰ ਬੜੇ ਹੀ ਉਹਦੇ ਅੱਗੇ ਹੱਥ ਜੋੜ ਕੇ ਖਲੋਤੇ ਹੈ। ਇਹੋ ਜੀ ਸ਼ੋਭਾ ਤਾਂ ਮੇਰੇ ਦਿੱਲੀ ਦਰਬਾਰ ਦੀ ਨਹੀਂ, ਜਿਹੋ ਜੀ ਸ਼ੋਭਾ ਦਾਰਾ ਸ਼ਿਕੋਹ ਦੇ ਸਜੇ ਦਰਬਾਰ ਦੀ ਹੈ। ਬੜਾ ਹੈਰਾਨ ਹੋਇਆ ਇਹ ਦਾਰਾ ਸ਼ਿਕੋਹ ਦੀ ਸ਼ੋਭਾ ਵੇਖ ਕੇ। ਫਿਰ ਇਹਦੇ ਮਨ 'ਚ ਫੁਰਨਾ ਆਇਆ ਵੀ ਮੇਰੀ ਕੀ ਹਾਲਤ ਹੋਊਗੀ, ਤੇ ਇਹਨੂੰ ਆਪਣਾ ਸੁਪਨਾ ਆਉਣ ਲੱਗ ਪਿਆ ਵੀ ਇੱਕ ਭੰਗੀ ਆ ਤੇ ਨਾਲੀਆਂ ਗੰਦੀਆਂ ਸਾਫ਼ ਕਰਦਾ ਫਿਰਦਾ, ਤੇ ਬਿਸ਼ਟਾ ਦਾ ਟੋਕਰਾ ਸਿਰ ਤੇ ਚੱਕਿਆ ਤੇ ਤੁਰਿਆ ਜਾਂਦਾ। ਮੀਂਹ ਪੈਂਦਾ ਉਤੋਂ ਤੇ ਮੀਂਹ ਨਾਲ ਚੋ ਚੋ ਕੇ ਬਿਸ਼ਟਾ ਮੂੰਹ 'ਚ ਪੈਣ ਲੱਗ ਪਿਆ। ਤੇ ਫਿਰ ਥੁੱਕਦੇ ਇਹਨੂੰ ਜਾਗ ਆ ਗਈ ਤੇ ਬੜਾ ਇਹਦੇ ਮਨ 'ਚ ਅਫਸੋਸ ਹੋਇਆ। ਜਿਹੜਾ ਪਾਤਸ਼ਾਹੀ ਪਾ ਕੇ ਵਾਹਿਗੁਰੂ ਜੀ ਦੇ ਉਪਕਾਰ ਨੂੰ ਭੁੱਲ ਜਾਂਦਾ ਹੈ, ਜਿਵੇਂ ਨਰੰਗੇ ਵਰਗਾ, ਤੇ ਫਿਰ ਪਾਪ ਕਰਮ ਕਰਦਾ, ਫਿਰ ਉਹਨੂੰ ਜਿਹੜਾ ਹੈ ਤਪ ਪੁੰਨ ਕਰਕੇ ਰਾਜ ਮਿਲਦਾ ਹੈ, ਤੇ ਰਾਜ ਕਰਕੇ ਜ਼ੁਲਮ ਕਰਦਾ ਤੇ ਫਿਰ ਨਰਕਾਂ 'ਚ ਪੈ ਜਾਂਦੇ। ਤਪੋ ਰਾਜ ਰਾਜੋ ਨਰਕ, ਇਹੋ ਜਿਹੀ ਹਾਲਤ ਹੁੰਦੀ ਹੈ। ਪਰ ਜਿਹੜਾ ਨਾਮ ਦਾ ਸੁਣਨਾ ਹੈ ਨਾ, ਨਾਮ ਦੇ ਸੁਣਨ ਕਰਕੇ ਜਿਹੜਾ ਹੈ ਪਾਤ ਦਾ ਅਰਥ ਹੁੰਦਾ ਹੈ ਤਖਤ, ਸ਼ਾਹ ਦਾ ਅਰਥ ਹੁੰਦਾ ਮਾਲਕ। ਉਹ ਪ੍ਰੇਮ ਰੂਪੀ ਤਖਤ ਦੇ ਮਾਲਕ ਬਣ ਜਾਂਦੇ ਆ, ਭਾਵ ਵਾਹਿਗੁਰੂ ਦੇ ਪ੍ਰੇਮ ਦੇ ਪ੍ਰਸਾਦ ਨੂੰ ਪਾ ਕਰਕੇ ਉਹ ਨਿਹਾਲ ਹੋ ਜਾਂਦੇ ਆ ਜਿਹੜੇ ਨਾਮ ਨੂੰ ਸੁਣਦੇ ਹਨ। ਤੇ ਸ਼ੇਖ ਜਿਵੇਂ ਬਿਰਧ ਜਾਤੀ ਵਾਲੇ ਹੁੰਦੇ ਆ ਨਾ, ਮੁਸਲਮਾਨਾਂ ਵਿੱਚ ਵੱਡਿਆਂ ਨੂੰ ਬਜ਼ੁਰਗਾਂ ਨੂੰ ਸ਼ੇਖ ਸ਼ਬਦ ਕਿਹਾ ਜਾਂਦਾ, ਜਾਤੀ ਇੱਕ ਮੁਸਲਮਾਨਾਂ ਦੀ, ਤੇ ਉਹ ਵੱਡਿਆਂ ਤੋਂ ਵੱਡੇ ਹੋ ਜਾਂਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਨੂੰ ਸੁਣਨ ਵਾਲੇ ਮਹਾਨ ਹੋ ਜਾਂਦੇ ਆ, ਤੇ ਵਾਹਿਗੁਰੂ ਉਹਨਾਂ ਨੂੰ ਸਭ ਦੇ ਪੀਰ ਬਣਾ ਕਰਕੇ ਨਵਾਜ ਦਿੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਪੀਰ ਭਾਵ ਉਹਨਾਂ ਦੇ ਅੰਦਰ ਕੋਈ ਵਕਾਰਾਂ ਵਾਲੀ ਪੀੜ ਤੋਂ ਅਰਥ ਲਾ ਲੈਣਾ, ਪੀੜ ਜਿਹੜੀ ਆ ਉਹ ਵੀ ਨਹੀਂ ਰਹਿੰਦੀ। ਮੁੱਖ ਅਰਥ ਪੀਰ ਹੀ ਲਾਉਣਾ, ਜਿਹੜੇ ਮੁਸਲਮਾਨਾਂ ਦੇ ਪੀਰ ਹੁੰਦੇ ਆ ਨਾ। ਇਸ ਪ੍ਰਕਾਰ ਉਹ ਜਿਹੜੇ ਆ ਵੱਡੇ ਮਹਾਨ ਪੀਰ ਜਿਹੜੇ ਆ ਉਹ ਬਣ ਜਾਂਦੇ ਆ। ਵਾਹਿਗੁਰੂ ਦੇ ਨਾਮ ਦੀ ਮਹਿਮਾ ਸੁਣਨੇ ਕਰਕੇ ਉਹਨਾਂ ਨੂੰ ਇਹ ਜਿਹੜੀ ਹੈ ਨਾ ਵੱਡੀ ਦਾਤ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਪ੍ਰਾਪਤ ਹੁੰਦੀ ਹੈ। ਵੱਡੇ ਵੱਡੇ ਬਾਦਸ਼ਾਹ ਵੀ ਵਾਹਿਗੁਰੂ ਜੀ ਉਹਨਾਂ ਦੇ ਅੱਗੇ ਜਿਹੜੇ ਆ ਉਹ ਝੁਕਾ ਦਿੰਦੇ ਆ। ਨਾਮ ਦੀ ਮਹਿਮਾ ਨੂੰ ਸਰਵਣ ਕਰਨੇ ਕਰਕੇ ਵਾਹਿਗੁਰੂ ਜੀ ਇਸ ਪ੍ਰਕਾਰ ਵੱਡਾ ਹੀ ਜਸ ਜਿਹੜਾ ਹੈ ਉਹ ਬਖਸ਼ਿਸ਼ ਕਰ ਦਿੰਦੇ ਆ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਭਾਈ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਜਦੋਂ ਵਾਹਿਗੁਰੂ ਦਾ ਨਾਮ ਸੁਣੀਏ ਨਾ, ਉਦੋਂ ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਦਾਤ ਜਿਹੜੀ ਹੈ ਪ੍ਰਾਪਤ ਹੁੰਦੀ ਹੈ। ਇਹੋ ਜਿਹਾ ਸਰੂਪ ਰੂਪੀ ਤਖਤ ਦੀ ਪ੍ਰਾਪਤੀ ਹੁੰਦੀ ਹੈ ਕਿ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ। ਵਾਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ ਜਿਹੜਾ ਫਲ ਉਹ ਚਾਹੁਣ ਉਹਨਾਂ ਨੂੰ ਉਹ ਪ੍ਰਾਪਤ ਹੋ ਜਾਂਦਾ ਹੈ। ਵਾਹਿਗੁਰੂ ਦੇ ਭਗਤ ਦੀ ਇੱਛਾ ਨਹੀਂ ਹੁੰਦੀ, ਇੱਛਾ ਸਾਰੀਆਂ ਮਰ ਜਾਂਦੀਆਂ, ਪਰ ਇਹ ਨਾਮ ਦੇ ਸੁਣਨੇ ਕਰਕੇ ਜਿਹੜੀ ਆ ਵੱਡੀ ਵਡਿਆਈ ਸੁਤੇ ਹੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਕਿ ਉਹ ਸਾਰਿਆਂ ਦੇ ਅੰਦਰ ਸੁਣਿਆ ਸੇਖ ਪੀਰ ਪਾਤਸ਼ਾਹ। ਨਾਮ ਦੇ ਸੁਣਨੇ ਕਰਕੇ ਸਭ ਦੇ ਸੇਖ ਜਿਹੜੇ ਆ ਮੋਹਰੀ ਬਣ ਜਾਂਦੇ ਆ, ਵੱਡੇ ਬਣ ਜਾਂਦੇ ਆ,
ਜਿਵੇਂ ਮਹਾਰਾਜ ਨੇ ਕਿਹਾ ਪਾਚੰ ਕ੍ਰੋਧ ਅਗਰਣੀਵ ਹੈ ਨਿਰਾਸੰ ਆਸ ਪੂਰਨ ਹੈ। ਜਿਹੜੇ ਪਿੱਛੇ ਪੈ ਗਏ ਨਾ, ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ, ਕੋਈ ਪੁੱਛਦਾ ਨਹੀਂ, ਜੇ ਵਾਹਿਗੁਰੂ ਦਾ ਨਾਮ ਸਰਵਣ ਕਰਨ ਵਿੱਚ ਉਹਨਾਂ ਦਾ ਪ੍ਰੇਮ ਲੱਗਦਾ ਹੈ ਤੇ ਮਹਾਰਾਜ ਕਹਿੰਦੇ ਪਾਚੰ ਕ੍ਰੋਧ ਅਗਰਣੀਵ ਹੈ, ਉਹਨਾਂ ਨੂੰ ਵਾਹਿਗੁਰੂ ਸਾਰਿਆਂ ਦੇ ਆਗੂ ਬਣਾ ਦਿੰਦਾ। ਫਿਰ ਉਹ ਸ਼ੇਖ ਬਣ ਜਾਂਦੇ, ਸਭ ਦੇ ਵੱਡੇ ਬਣ ਜਾਂਦੇ ਆ। ਤੇ ਪੀਰਾਂ ਵਾਂਗੂ, ਜਿਵੇਂ ਪੀਰਾਂ ਦਾ ਵੱਡਾ ਸਤਿਕਾਰ ਕਰਦੇ ਨਾ ਇਸਲਾਮ ਦੇ ਅੰਦਰ, ਮਹਾਰਾਜ ਕਹਿੰਦੇ ਮੁਸਲਮਾਨਾਂ ਦੇ ਪੀਰ ਵੀ ਜਿਹੜੇ ਆ ਨਾ, ਇਹ ਵੀ ਨਾਮ ਦੇ ਸੁਣਨੇ ਕਰਕੇ ਇਹਨਾਂ ਦੀਆਂ ਹਸਤੀਆਂ ਅਸਥਿਤ ਹਨ। ਤੇ ਪਾਤਸ਼ਾਹ ਜਿਨ੍ਹਾਂ ਨੂੰ ਪਾਤਸ਼ਾਹੀਆਂ ਪ੍ਰਾਪਤ ਹੋਈਆਂ, ਜਿਹੜੇ ਰਾਜ ਭਾਗ ਭੋਗਦੇ ਤੁਸੀਂ ਵੇਖਦੇ ਹੋ ਸਿੱਧੋ, ਤੇ ਇਹ ਜਿਹੜੀਆਂ ਪਾਤਸ਼ਾਹੀਆਂ ਹਨ ਨਾ, ਇਹ ਵੀ ਵਾਹਿਗੁਰੂ ਦੇ ਨਾਮ ਦੇ ਸੁਣਨੇ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਪ੍ਰਾਪਤ ਹੋਈਆਂ ਹਨ। ਸੁਣਿਆ ਅੰਧੇ ਪਾਵਹਿ ਰਾਹੋ। ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਵੇਂ ਜਿਹੜਾ ਸੂਰਮਾ ਹੁੰਦਾ ਨਾ ਅੰਨਾ, ਉਹਨੂੰ ਦਿਸਦਾ ਕੁਝ ਨਹੀਂ, ਨਾ ਉਹਨੂੰ ਕੋਈ ਪਤਾ ਲੱਗਦਾ ਕਿੱਧਰ ਜਾਣਾ ਹੈ, ਤੇ ਜਦੋਂ ਸੁਣਦਾ ਨਾ ਆਵਾਜ਼ ਕਿੱਧਰੋਂ ਕਿ ਇੱਧਰ ਨੂੰ ਆ ਜਾ, ਇੱਥੇ ਇਸ ਪਾਸੇ ਹੋ ਜਾ, ਇਉਂ ਸੁਣ ਕੇ ਅੰਧੇ ਪੁਰਖ ਨੂੰ ਵੀ ਜਿਹੜਾ ਨਾ ਉਹ ਰਾਹ ਲੱਭ ਪੈਂਦਾ ਹੈ, ਪ੍ਰਾਪਤੀ ਹੋ ਜਾਂਦੀ ਹੈ। ਤੇ ਅਧਿਆਤਮਕ ਰਾਹ ਤੇ ਅੰਨਾ ਕੌਣ ਹੈ? ਜਿਹੜਾ ਆਪਾਂ ਅੰਨਾ ਉਹਨੂੰ ਮੰਨਦੇ ਆ ਕਿ ਜਿਹਦੀਆਂ ਅੱਖਾਂ ਨਹੀਂ ਹੁੰਦੀਆਂ, ਪਰ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਣ ਨਾਹੇ, ਅੰਧੇ ਸੇਈ ਨਾਨਕਾ ਜੇ ਖਸਮੋਂ ਕੁੱਥੇ ਜਾਹੇ। ਅੰਨੇ ਉਹ ਹੈ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰ ਗਿਆ, ਨਾਮ ਤੋਂ ਭੁੱਲੇ ਹੋਏ ਅਗਿਆਨੀ ਜੀਵ ਜੋ ਪਰਮੇਸ਼ਰ ਦੇ ਨਾਮ ਦਾ ਸਰਵਣ ਨਹੀਂ ਕਰਦੇ, ਭਗਤੀ ਸਹਿਤ ਗਿਆਨ ਦਾ ਰਾਹ ਨਹੀਂ ਧਾਰਨ ਕਰਦੇ, ਲੈਂਦੇ ਨਹੀਂ ਉਹ ਰਸਤਾ, ਤੇ ਉਹ ਅਗਿਆਨੀ ਜੀਵ ਜਿਹੜੇ ਆ ਜੇ ਕਰਕੇ ਉਹ ਵੀ ਨਾਮ ਨੂੰ ਸਰਵਣ ਕਰਨ। ਕਿਉਂਕਿ ਮਹਾਰਾਜ ਨੇ ਕਿਹਾ ਗਾਵਤ ਉਧਰਹਿ ਸੁਣਤਹਿ ਉਧਰਹਿ ਬਿਨਸੇ ਪਾਪ ਘਨੇਰੇ, ਪਸ਼ੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰ ਉਤਾਰੇ। ਸੁਣਤੇ ਪਨੀਤ ਕਹਤੇ ਪਵਿੱਤ। ਵਾਹਿਗੁਰੂ ਦਾ ਨਾਮ ਸੁਣਨ ਨਾਲ ਜਿਹੜੇ ਅੰਧੇ ਅਗਿਆਨੀ ਜੀਵ ਹੈ ਨਾ, ਜਿਨ੍ਹਾਂ ਕੋਲ ਭਾਵ ਭਗਤੀ ਦਾ, ਗਿਆਨ ਦਾ, ਪਰਮਾਰਥ ਦਾ ਰਸਤਾ ਨਹੀਂ ਹੈ, ਵਾਹਿਗੁਰੂ ਦੇ ਨਾਮ ਦੀ ਮਹਿਮਾ ਜਦੋਂ ਸੁਣਨ ਤੇ ਆਪਣੇ ਜਿਹੜਾ ਹੈ ਮੁਖ ਤੋਂ ਸੰਗਤ ਵਿੱਚ ਬੈਠ ਕਰਕੇ ਗਾਉਣ, ਤੇ ਉਹਨਾਂ ਅਗਿਆਨੀਆਂ ਨੂੰ ਵੀ ਪਰਮਾਰਥ ਦਾ ਰਾਹ ਜਿਹੜਾ ਨਾ ਉਹ ਲੱਭ ਪੈਂਦਾ ਹੈ। ਜਿਵੇਂ ਮਹਾਰਾਜ ਨੇ ਕਿਹਾ ਨਾ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ। ਇਹ ਜਿਹੜਾ ਹੈ ਚਾਰ ਵੇਦਾਂ ਦੇ ਜਿਹੜਾ ਹੈ ਗਿਆਨ ਵਾਲਾ ਉਹ ਹੋ ਜਾਂਦਾ, ਜਿਵੇਂ ਪਿੰਗਲਾ ਪਰਬਤ ਤੇ ਚੜ ਜਾਂਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਆਖਿਆ ਫਿਰ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ। ਮਹਾਰਾਜ ਸਾਹਿਬ ਜੀ 10ਵੇਂ ਪਾਤਸ਼ਾਹ ਜੀ ਨੇ ਕਿਹਾ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ ਜੋ ਜਾਓ ਕਾਲ ਕਿਰਪਾ ਕਰਾਏ। ਇਸ ਕਰਕੇ ਜਿਹੜਾ ਨਾਮ ਨੂੰ ਸੁਣਦਾ ਨਾ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਨਾਮ ਨੂੰ ਸੁਣਨ ਕਰਕੇ ਜਿਹੜੇ ਅਗਿਆਨੀ ਹੈ, ਬਿਲਕੁਲ ਪਰਮਾਰਥ ਦਾ ਰਾਹ ਹੀ ਨਹੀਂ ਸੁੱਝਦਾ, ਉਹਨਾਂ ਨੂੰ ਵੀ ਪਰਮਾਰਥ ਦਾ ਰਾਹ ਜਿਹੜਾ ਨਾ ਉਹ ਪਤਾ ਲੱਗਣ ਲੱਗ ਜਾਂਦਾ ਹੈ, ਕਿਉਂ ਉਹਨਾਂ ਨੂੰ ਸੋਝੀ ਪੈਣ ਲੱਗ ਜਾਂਦੀ ਹੈ। ਜਿਹੜੇ ਵਾਹਿਗੁਰੂ ਦੀ ਹੋਂਦ ਨੂੰ ਨਹੀਂ ਕਈ ਜੀਵ ਮੰਨਦੇ, ਵਾਹਿਗੁਰੂ ਜੀ ਤੋਂ ਮੁਨਕਰ ਹੋਇਆ ਰਹਿੰਦਾ ਮਨ, ਤੇ ਜੇ ਮੁੱਖ ਕਰਕੇ ਨਹੀਂ ਕਹਿੰਦੇ ਸਮਾਜ ਦੇ ਵਿੱਚ ਵੀ ਨਰਾਦਰੀ ਨਾ ਹੋਵੇ, ਪਰ ਮਨ ਜਿਹੜਾ ਹੈ ਉਹ ਵਾਹਿਗੁਰੂ ਜੀ ਦੀ ਹੋਂਦ ਨੂੰ ਮੰਨਦਾ ਨਹੀਂ, ਵਾਹਿਗੁਰੂ ਦੇ ਉੱਪਰ ਨਿਸ਼ਚਾ ਨਹੀਂ ਕਰਦਾ। ਤੇ ਜਦੋਂ ਵਾਹਿਗੁਰੂ ਦੇ ਉੱਪਰ ਨਿਸ਼ਚਾ ਹੀ ਨਹੀਂ ਮਨ ਨੂੰ ਆਉਂਦਾ ਹੈ, ਐਸਾ ਜਿਹੜਾ ਹੈ ਅੰਨਾ ਮਨ ਹਰ ਵੇਲੇ ਜਿਹੜੀ ਹੈ ਨਾ ਬਿਰਤੀ ਉਹ ਮੁੜੀ ਰਹਿੰਦੀ ਸੰਸਾਰ ਵੱਲ ਨੂੰ ਹੀ। ਤੇ ਸਤਿਗੁਰੂ ਜੀ ਦੇ ਨਾਮ ਨੂੰ ਸਰਵਣ ਕਰਨ ਲੱਗ ਜੇ ਨਾ ਉਹ ਵੀ, ਤੇ ਉਹਦੀ ਬਿਰਤੀ ਅੰਦਰ ਖੜਾ ਆਉਣ ਲੱਗ ਪੈਂਦਾ, ਪ੍ਰਕਾਸ਼ ਹੋਣ ਲੱਗ ਪੈਂਦਾ ਹੈ। ਇਹੋ ਜਿਹਾ ਖੜਾ ਆਉਂਦਾ ਕਿ ਉਹਦੇ ਮਨ ਅੰਦਰ ਵੀ ਜਿਹੜਾ ਹੈ ਇਹ ਪ੍ਰਕਾਸ਼, ਗਿਆਨ, ਨਿਸ਼ਚਾ ਹੋਣ ਲੱਗ ਜਾਂਦਾ ਕਿ ਵਾਹਿਗੁਰੂ ਇੱਕ ਇਹੋ ਜਿਹੀ ਹਸਤੀ ਹੈ ਜਿਹੜੀ ਸਾਰੀ ਕਾਇਨਾਤ ਨੂੰ ਚਲਾ ਰਹੀ ਹੈ। ਉਹਦਾ ਸਪਰਸ਼ ਉਹਨੂੰ ਮਿਲਣ ਲੱਗ ਜਾਂਦਾ ਹੈ। ਫਿਰ ਅੰਨਾ ਕਿਹੜਾ ਜਿਹਦੇ ਮਨ ਬੁੱਧ ਰੂਪੀ ਨੇਤਰ ਹੈ ਨਹੀਂ, ਤੇ ਉਹਨਾਂ ਮਨ ਬੁੱਧ ਰੂਪੀ ਨੇਤਰਾਂ 'ਚ ਵਿਚਾਰ ਰੂਪੀ ਨਿਗਾਹ ਨਹੀਂ ਹੈ, ਤੇ ਉਹ ਜੇ ਨਾਮ ਨੂੰ ਸੁਣੇ ਨਾ ਤੇ ਉਹਦੇ ਅੰਦਰ ਵੀ ਅਨੁਭਵ ਦਾ ਪ੍ਰਕਾਸ਼ ਜਿਹੜਾ ਹੈ ਨਾ ਵਾਹਿਗੁਰੂ ਜੀ ਦਾ ਨਾਮ ਕਰ ਦਿੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਹਾ
कि वो जिहड़ा नाम है ना, वो कैसा है? नमो सूरज सूरजे, नमो चंद्र चंद्रे। वो सूरजां दा भी सूरज है, चंद्रमा दा भी चंद्रमा है। इस करके ਜਿਹੜੇ ਨਾਮ ਨੂੰ ਸੁਣਦੇ ਆ, ਬੁੱਧੀ ਕਰਕੇ ਵੀ ਜੇ ਅੰਨੇ ਆ, ਜਿੱਥੇ ਬੁੱਧੀ ਕੰਮ ਨਹੀਂ ਕਰਦੀ, ਕੋਈ ਪਤਾ ਨਹੀਂ ਲੱਗਦਾ ਧਰਮ ਕੀ ਕਹਿੰਦਾ ਹੈ, ਗੁਰੂ ਸਾਹਿਬ ਜੀ ਸਿੱਖਿਆ ਕੀ ਦਿੰਦੇ ਆ, ਸਮਝ ਨਹੀਂ ਲੱਗਦੀ, ਤੇ ਜੇ ਉਹ ਵੀ ਨਾਮ ਨੂੰ ਸੁਣਨਾ ਪ੍ਰੇਮ ਲਾ ਕਰਕੇ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਜਿਹੜੇ ਆ ਨਾ ਅੰਨੇ ਬੁੱਧੀ ਕਰਕੇ, ਜਿਨ੍ਹਾਂ ਨੂੰ ਕੁਛ ਨਹੀਂ ਸਮਝ ਲੱਗਦੀ, ਉਹ ਵੀ ਪਰਮਾਰਥ ਦਾ ਰਾਹ ਜਿਹੜਾ ਨਾ, ਭਗਤੀ ਦਾ ਰਾਹ ਜਿਹੜਾ ਨਾ, ਉਹ ਪਾ ਲੈਂਦੇ ਆ। ਤੇ ਕਿੰਨੇ ਜੀਵ ਜਿਹੜੇ ਭੁੱਲੇ ਹੋਏ ਪਰਮਾਰਥ ਦੇ ਰਸਤੇ ਤੋਂ ਸਤਿਗੁਰੂ ਜੀ ਨੇ ਨਾਮ ਦੀ ਮਹਿਮਾ ਸੁਣਾ ਕੇ ਗਰੀਬ ਨਵਾਜ ਨੇ ਭਾਵ ਭਗਤੀ ਦੇ ਰਾਹ ਪਾਇਆ। ਜਦੋਂ ਸਤਿਗੁਰੂ ਜੀ ਗਰੀਬ ਨਵਾਜ ਜੀਆਂ ਦਾ ਭਲਾ ਕਰਦੇ ਸੀ ਤੇ ਹਜੂਰ ਕਹਿੰਦੇ ਸੀ ਭਾਈ ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ। ਤੇ ਜਦੋਂ ਮਹਾਰਾਜ ਜੀ ਬਾਣੀ ਉਚਾਰਦੇ, ਜਿਹੜੇ ਵੀ ਨਾਮ ਦੀ ਮਹਿਮਾ ਸੁਣਦੇ, ਸਤਿਗੁਰਾਂ ਜੀ ਦੇ ਹਜੂਰ ਸਤ ਸੰਗਤ ਕਰਦੇ, ਉਹਨਾਂ ਨੂੰ ਕਿਹੜਾ ਰਾਹ ਲੱਭਦਾ? ਕਲਿਆਣ ਦਾ ਮਾਰਗ ਲੱਭ ਜਾਂਦਾ। ਤੇ ਹੁਣ ਜਿਹੜੇ ਜਦੋਂ ਜੀਵ ਅਗਿਆਤ ਕਾਲ ਵਿੱਚ ਭਾਵ ਅਗਿਆਨ ਕਾਲ ਵਿੱਚ ਕਿਹੜੇ ਰਾਹ ਤੇ ਪਏ ਹੁੰਦੇ ਆ? ਸਰੀਰ ਦੇ ਰਸਾਂ ਕਸਾਂ ਦੇ ਰਾਹ ਤੇ ਪਏ ਆ। ਜਿਹੜਾ ਨਰਕਾਂ ਨੂੰ ਰਾਹ ਜਾਂਦਾ ਹੈ ਵਿਭਚਾਰਾਂ ਨੂੰ ਕਰਨ ਵਿੱਚ, ਉਸ ਨਰਕਾਂ ਦੇ ਰਸਤੇ ਤੇ ਤੁਰੇ ਹੈਗੇ ਆ। ਇਸ ਕਰਕੇ ਮਨ ਬੁੱਧ ਰੂਪੀ ਨੇਤਰ ਹੈ ਨਹੀਂ, ਵਿਚਾਰ ਰੂਪੀ ਨਿਗਾਹ ਨਹੀਂ ਹੈਗੀ, ਅੰਨੇ ਹੈ, ਤੁਰਿਆ ਨਹੀਂ ਜਾਂਦਾ। ਤੇ ਆਪਾਂ ਜਿਹੜਾ ਹੈ ਉਸ ਸਰੀਰ ਦੇ ਅੰਦਰ ਜਿਹੜੇ ਅੱਖਾਂ ਨੇ ਉਹਨਾਂ ਦੇ ਵਿੱਚ ਜੋਤ ਨਾ ਹੋਵੇ ਤੇ ਅੰਨਾ ਕਹਿੰਦੇ ਆ, ਪਰ ਮਹਾਰਾਜ ਨੇ ਕਿਹਾ ਜਿਹੜਾ ਵਾਹਿਗੁਰੂ ਵੱਲੋਂ ਭੁੱਲ ਗਿਆ ਉਹ ਅੰਨਾ। ਤੇ ਜੇ ਉਹ ਵੀ ਨਾਮ ਨੂੰ ਸੁਣੇ ਤਾਂ ਉਹਨੂੰ ਵੀ ਰਾਹ ਜਿਹੜਾ ਹੈ ਨਾ ਪ੍ਰਾਪਤ ਹੋ ਜਾਂਦਾ ਹੈ ਪਰਮਾਰਥ ਦਾ, ਵਾਹਿਗੁਰੂ ਦੀ ਪ੍ਰਾਪਤੀ ਦਾ। ਤੇ ਪ੍ਰਤੱਖ ਵੀ ਜਿਹੜੇ ਅੰਨੇ ਆ ਨਾ, ਉਹਨਾਂ ਨੂੰ ਵੀ ਜਿਹੜਾ ਨਾ ਉਹ ਰਸਤਾ ਦਿਸਣ ਲੱਗ ਪੈਂਦਾ। ਨਾਮ ਦੀ ਮਹਿਮਾ ਸੁਣ ਕੇ ਅੱਖਾਂ ਵਿੱਚ ਜੋਤ ਆ ਜਾਂਦੀ ਹੈ। ਨੇਤਰ ਪ੍ਰਗਾਸ ਕੀਆ ਗੁਰਦੇਵ, ਮਹਾਰਾਜ ਨੇਤਰਾਂ ਵਿੱਚ ਪ੍ਰਕਾਸ਼ ਕਰ ਦਿੰਦੇ ਆ। ਸੱਚੇ ਪਾਤਸ਼ਾਹ ਪ੍ਰਤੱਖ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਇਹ ਹੁਣ ਵੀ ਕਈ ਘਟਨਾਵਾਂ ਘਟਦੀਆਂ, ਉਹ ਖਬਰਾਂ ਦੇ ਵਿੱਚ ਆ ਜਾਂਦੀਆਂ ਤੇ ਜਿੱਦਾਂ ਜੀਆਂ ਨੂੰ ਪਤਾ ਲੱਗ ਜਾਂਦਾ। ਜੇ ਨਹੀਂ ਆਉਂਦੀਆਂ ਤੇ ਫਿਰ ਨਹੀਂ ਕਿਸੇ ਨੂੰ ਪਤਾ ਲੱਗਦਾ, ਪਰ ਉੱਥੇ ਤਾਂ ਹਰ ਪਲ ਕੋਈ ਨਾ ਕੁਝ ਕ੍ਰਿਸ਼ਮਾ ਹੁੰਦਾ ਹੀ ਰਹਿੰਦਾ ਹੈ, ਕਿਉਂਕਿ ਉਹ ਮਹਾਰਾਜ ਦਾ ਘਰ ਹੀ ਅਦੁੱਤੀ ਹੈ। ਉੱਥੇ ਨਾਮ ਦੀ ਮਹਿਮਾ ਹਰ ਵੇਲੇ ਹੋ ਰਹੀ ਹੈ। ਨਾਮ ਦੇ ਕਰਕੇ ਸਾਰਾ ਕੁਝ ਸਰ ਸਬਜ ਹੈ, ਉੱਥੇ ਬੜਾ ਆਨੰਦਮਈ ਹੈ। ਉੱਥੇ ਕੋਈ ਸੰਸਾਰ ਤੋਂ ਕਿੰਨਾ ਵੀ ਭਟਕਿਆ, ਕਿੰਨਾ ਵੀ ਦੁਖੀ, ਕਿੰਨਾ ਵੀ ਪਰਮਾਰਥ ਦੇ ਰਾਹ ਤੋਂ ਅੰਨਾ, ਜਦੋਂ ਉੱਥੇ ਜਾਂਦਾ ਹੈ ਤੇ ਉਹ ਆਪਣੇ ਮੁਖ ਤੋਂ ਇਹੀ ਕਹਿੰਦਾ ਵੀ ਜੋ ਇੱਥੇ ਸਕੂਨ ਹੈ, ਜੋ ਇੱਥੇ ਸੁੱਖ ਹੈ, ਉਹ ਕਿਉਂ ਹੈ? ਨਾਮ ਦੇ ਸੁਣਨ ਕਰਕੇ ਉਸੇ ਵੇਲੇ ਸੁੱਖ ਮਿਲਦਾ। ਜਦੋਂ ਹਰਿਮੰਦਰ ਸਾਹਿਬ ਦੀਆਂ ਆਪਾਂ ਜਦੋਂ ਪਰਿਕਰਮਾ 'ਚ ਉਤਰਦੇ ਆ ਨਾ, ਤੇ ਬਾਹਰ ਪਰਿਕਰਮਾ ਤੋਂ ਬਾਹਰ ਜਿਹੜਾ ਹੈ ਉਹ ਟ੍ਰੈਫਿਕ 'ਚੋਂ ਜਦੋਂ ਤੁਸੀਂ ਆਉਂਦੇ ਆ, ਇੱਕਦਮ ਪੌੜੀਆਂ ਉਤਰਦਿਆਂ ਹੀ ਹਰੇਕ ਨੂੰ ਇਉਂ ਮਹਿਸੂਸ ਹੁੰਦਾ ਜਿਵੇਂ ਮੈਂ ਵੱਖਰੇ ਦੇਸ਼ 'ਚ ਆ ਗਿਆ, ਵੱਖਰੇ ਥਾਂ ਤੇ ਆ ਗਿਆ, ਕਿਉਂਕਿ ਬਾਹਰਲਾ ਥੋੜ੍ਹਾ ਜਿੰਨਾ ਵੀ ਅਸਰ ਅੰਦਰ ਨਹੀਂ ਹੈਗਾ। ਤੇ ਜਦੋਂ ਫਿਰ ਇੱਕਦਮ ਇਹੋ ਜਿਹੀ ਬਦਲਾਵ ਆਉਂਦਾ ਹੈ ਤੇ ਸਾਹਮਣਿਓਂ ਕੀਰਤਨ ਦੀਆਂ ਧੁਨਾਂ ਉੱਠਦੀਆਂ, ਗੁਰੂ ਨਾਨਕ ਸਾਹਿਬ ਜੀ ਦੀ ਰੱਬੀ ਬਾਣੀ ਦੀਆਂ ਆਵਾਜ਼ਾਂ ਕੰਨਾਂ ਵਿੱਚ ਪੈਂਦੀਆਂ ਹਨ। ਜਿਹੜੇ ਪਤਾ ਨਹੀਂ ਕਿੱਡਾ ਦੁੱਖ ਲੈ ਕੇ ਆਏ ਹੁੰਦੇ ਆ, ਕਿੱਡੀਆਂ ਪੀੜਾਂ ਲੈ ਕੇ ਆਏ ਹੁੰਦੇ ਆ, ਕੋਈ ਪਤਾ ਨਹੀਂ ਕਿੰਨੇ ਚਿਰ ਬਾਅਦ ਆਇਆ ਹੁੰਦਾ, ਕੋਈ ਕਿਹੜੇ ਦੇਸ਼ ਤੋਂ ਆਇਆ, ਕੋਈ ਕਿੱਥੋਂ ਆਇਆ, ਕੋਈ ਰਾਜਾ ਆਇਆ, ਕੋਈ ਭਿਖਾਰੀ ਆਇਆ, ਖੁਰੇ ਕੌਣ ਆ। ਤੇ ਸਭ ਨੂੰ ਸ਼ਾਂਤੀ ਮਿਲਦੀ, ਸਭ ਨੂੰ ਸੁੱਖ ਪ੍ਰਸਾਦ ਮਿਲਦਾ ਹੈ ਤੇ ਜੀਵਨ ਦੇ ਅੰਦਰ ਜਿਉਣ ਦਾ ਰਾਹ ਮਿਲਦਾ ਹੈ। ਭਾਵੇਂ ਕਿ ਜੀਵ ਪਰਮਾਰਥਵਾਦੀ ਜਿਹੜੇ ਆ ਸਵਾਰਥਵਾਦੀ ਹੁੰਦੇ ਆ, ਪਰਮਾਰਥ ਦਾ ਰਾਹ ਨਹੀਂ ਪਤਾ ਹੈ, ਵਾਹਿਗੁਰੂ ਦੇ ਪ੍ਰੇਮ ਦਾ ਪ੍ਰਸਾਦ ਨਹੀਂ ਪਤਾ, ਉਹਨਾਂ ਨੂੰ ਵੀ ਉੱਥੇ ਆ ਕੇ ਜੀਵਨ ਦਾ ਲਕਸ਼ ਲੱਭ ਪੈਂਦਾ ਹੈ, ਜਿਹੜਾ ਜਿਉਣ ਦਾ ਢੰਗ ਲੱਭ ਜਾਂਦਾ ਹੈ, ਰਾਹ ਦਿਸ ਪੈਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਇਹ ਨਾਮ ਦੇ ਸੁਣਨੇ ਕਰਕੇ ਸਿੱਧੋ, ਨਾਮ ਨੂੰ ਸੁਣੀਏ ਤੇ ਜਿਹੜਾ ਹੈ ਅੰਨਾ ਜੀਵ ਜਿਹੜਾ ਹੈ ਨਾ, ਪ੍ਰਤੱਖ ਵੀ ਅੰਨੇ ਰਾਹ ਪਾ ਲੈਂਦੇ ਆ, ਸੁਣ ਕੇ ਰਾਹ ਪੈ ਜਾਂਦੇ ਆ। ਤੇ ਜੇ ਨਾਮ ਨੂੰ ਸੁਣਨ, ਅੱਖਾਂ ਵਿੱਚ ਜੋਤ ਪ੍ਰਾਪਤ ਹੋ ਜਾਂਦੀ ਆ, ਅੰਨਿਆਂ ਨੂੰ ਵੀ ਦਿਸਣ ਲੱਗ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਜਿਹੜੇ ਭਾਈ ਮਨ ਕਰਕੇ ਬੁੱਧੀ ਕਰਕੇ ਅੰਨੇ ਆ, ਉਹਨਾਂ ਨੂੰ ਪਰਮਾਰਥ ਦਾ ਰਾਹ ਗੁਰੂ ਮਹਾਰਾਜ ਕਹਿੰਦੇ ਨਾਮ ਦੇ ਸੁਣਨ ਕਰਕੇ
ਲੱਭ ਪੈਂਦਾ ਹੈ, ਪ੍ਰਾਪਤ ਹੋ ਜਾਂਦਾ ਹੈ। ਸੁਣਿਆ ਹਾਥ ਹੋਵੇ ਅਸਗਾਹੁ। ਵਾਹਿਗੁਰੂ ਜੀ ਦੇ ਨਾਮ ਨੂੰ ਸੁਣਨੇ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਅਸਗਾਹ ਸਮੁੰਦਰ ਹੈ ਨਾ, ਬੜਾ ਡੂੰਘਾ, ਉਹ ਵੀ ਮਹਾਰਾਜ ਕਹਿੰਦੇ ਹੱਥ ਕੁ ਹੋ ਜਾਂਦਾ, ਭਾਵ ਬਹੁਤ ਛੋਟਾ ਜਿਹਾ ਹੋ ਜਾਂਦਾ ਹੈ। ਇਹ ਜਿਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਦਰਿਆ ਅਟਕ ਨੂੰ ਪਾਰ ਕੀਤਾ ਸੀ ਸੁਖਮਨੀ ਸਾਹਿਬ ਦਾ ਪਾਠ ਕਰਕੇ। ਤੇ ਜਿਹੜਾ ਹੈ ਉਹ ਕਹਿੰਦੇ ਦਰਿਆ ਅਟਕ ਜਿਹੜਾ ਹੜਿਆ ਹੋਇਆ ਸੀਗਾ, ਤੇ ਉਹ ਤੋਂ ਪਾਰ ਹੋਣ ਵਾਸਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਕੇ ਤੇ ਜਿਹੜਾ ਸੀ ਇਸ ਦਰਿਆ ਨੂੰ ਸ਼ੇਰੇ ਪੰਜਾਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਸ੍ਰੀ ਮੁਖ ਵਾਕ ਲੈ ਕੇ ਜਦੋਂ ਪਾਰ ਕੀਤਾ ਸੀਗਾ, ਤੇ ਸਾਰੀ ਆਪਣੀ ਫੌਜ ਦੇ ਸਮੇਤ, ਆਪ ਇਕੱਲੇ ਨਹੀਂ, ਸਾਰੀ ਫੌਜ ਦੇ ਸਮੇਤ ਵੀ ਜਿਹੜੇ ਸੀ ਨਾ ਸ਼ੇਰੇ ਪੰਜਾਬ ਜੀ ਪਾਰ ਹੋਏ ਸੀ। ਤੇ ਇੱਕ ਬਾਬਾ ਵੀਰ ਸਿੰਘ ਜੀ ਦਾ ਵੀ ਜ਼ਿਕਰ ਆਉਂਦਾ ਹੈ, ਉਹਨਾਂ ਨੇ ਵੀ ਜਿਹੜਾ ਸੀ ਸ਼ੇਰੇ ਪੰਜਾਬ ਜੀ ਦੇ ਬੇਨਤੀ ਕਰਨ ਤੋਂ ਸੁਖਮਨੀ ਸਾਹਿਬ ਦਾ ਪਾਠ ਕਰਕੇ ਜਿਹੜਾ ਸੀ ਦਰਿਆ ਨੂੰ ਠੱਲਿਆ ਸੀਗਾ। ਤੋ ਨਾਮ ਦੇ ਮਹਿਮਾ ਨੂੰ ਸੁਣਨੇ ਕਰਕੇ, ਜਿਵੇਂ ਇੱਕ ਉਹ ਬੀਬੀ ਦੀ ਸਾਖੀ ਨਹੀਂ ਆਉਂਦੀ ਕਿ ਪੰਡਤ ਜੀ ਕੋ ਕਥਾ ਸੁਣਦੀ ਹੁੰਦੀ ਸੀਗੀ, ਤੇ ਉਹ ਪੰਡਤ ਜੀ ਨੇ ਕਿਹਾ ਕਿ ਜਿਹੜਾ ਹੈ ਨਾਮ ਇਹਦੇ ਜਪਣ ਨਾਲ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ। ਤੇ ਉਹ ਨਦੀਆਂ ਪਾਰ ਆਪਣੇ ਪਤੀ ਵਾਸਤੇ ਰੋਟੀ ਲੈ ਕੇ ਜਾਂਦੀ ਹੁੰਦੀ ਸੀ, ਤੇ ਉਹਨ ਇੱਕ ਦਿਨ ਬੇੜੀ ਜਿਹੜੀ ਸੀ ਉਹ ਲੰਘ ਗਈ, ਤੇ ਸੋਚਿਆ ਹੁਣ ਮੇਰਾ ਪਤੀ ਭੁੱਖਾ ਰਹੂਗਾ। ਫਿਰ ਉਹਨ ਮਨ 'ਚ ਖਿਆਲ ਆਇਆ ਕਿ ਪੰਡਤ ਜੀ ਕਹਿੰਦੇ ਹੁੰਦੇ ਆ ਕਿ ਜਿਹੜਾ ਹੈ ਉਹ ਨਾਮ ਸੰਸਾਰ ਸਮੁੰਦਰ ਤੋਂ ਤਾਰਦਾ, ਤੇ ਇਹ ਨਦੀ ਨਹੀਂ ਤਾਰ ਸਕਦਾ ਮੈਨੂੰ। ਤੇ ਉਹ ਰਾਮ ਦਾ ਨਾਮ ਜਪਦੀ ਜਪਦੀ ਨਦੀ ਤੇ ਤੁਰ ਕੇ ਪਾਰ ਹੋ ਗਈ। ਤੇ ਫਿਰ ਉਹਨੇ ਬੇੜੀ ਦੀ ਉਡੀਕ ਕਰਨੀ ਛੱਡ ਹੀ ਦਿੱਤੀ, ਰੋਜ਼ ਨਦੀ ਤੋਂ ਤੁਰ ਕੇ ਪਾਰ ਚੱਲ ਜਾਣਾ ਤੇ ਆ ਜਾਣਾ ਘਰ ਨੂੰ। ਤੇ ਇੱਕ ਦਿਨ ਉਹਦੇ ਮਨ 'ਚ ਖਿਆਲ ਆਇਆ ਕਿ ਪੰਡਤ ਜੀ ਨੇ ਏਡੀ ਸਿੱਖਿਆ ਦਿੱਤੀ ਆ, ਤੇ ਉਹਨਾਂ ਨੂੰ ਆਪਾਂ ਪ੍ਰਸ਼ਾਦਾ ਛਕਾਈਏ, ਸੇਵਾ ਕਰੀਏ ਉਹਨਾਂ ਦੀ। ਤੇ ਉਹ ਪੰਡਤ ਜੀ ਨੂੰ ਆਪਣੇ ਘਰ ਲੈ ਕੇ ਜਾਣ ਲਈ ਲੈ ਆਈ। ਪੰਡਤ ਜੀ ਨੂੰ ਕਿਹਾ ਪ੍ਰਸ਼ਾਦਾ ਛਕਾਉਣਾ ਤੁਹਾਨੂੰ, ਤੇ ਉਹ ਤਿਆਰ ਹੋ ਗਏ, ਚਲੋ ਛਕਦੇ ਆ। ਤੇ ਜਦੋਂ ਨਦੀ ਦੇ ਕੰਢੇ ਤੇ ਲੈ ਕੇ ਆਈ, ਤੇ ਪੰਡਤ ਜੀ ਕਹਿੰਦੇ ਬੇੜੀ ਆ ਲੈਣ ਦੀ। ਉਹ ਕਹਿੰਦੀ ਮਹਾਰਾਜ ਬੇੜੀ ਕੀ ਕਰਨੀ ਹੈ, ਤੁਸੀਂ ਆਪ ਹੀ ਕਹਿੰਦੇ ਸੰਸਾਰ ਸਮੁੰਦਰ ਤੋਂ ਨਾਮ ਜਿਹੜਾ ਉਹ ਪਾਰ ਕਰਦਾ, ਤੇ ਨਦੀ ਕੀ ਤਰਨੀ ਔਖੀ ਹੈ। ਉਹ ਕਹਿਣ ਲੱਗੇ ਵੀ ਪੰਡਤ ਜੀ ਬੀਬੀ ਮੈਂ ਕਹਿਣਾ ਹੀ ਆ, ਮੈਨੂੰ ਨਿਸ਼ਚਾ ਨਹੀਂ ਹੈਗਾ, ਜਿਹੜਾ ਕਥਾ ਕਰ ਲੈਣੀ, ਕਿਸੇ ਨੂੰ ਉਗਤੀਆਂ ਜੁਗਤੀਆਂ ਨਾਲ ਰਝਾ ਲੈਣਾ, ਇਹ ਇੱਕ ਵੱਖਰੀ ਬਾਤ ਹੈ, ਪਰ ਵਾਹਿਗੁਰੂ ਜੀ ਦੇ ਨਾਮ ਤੇ ਨਿਸ਼ਚਾ ਕਮਾਉਣਾ, ਜਿਨ ਪ੍ਰੀਤ ਨਾਲ ਸੁਣਿਆ ਜਾਂ ਪ੍ਰੀਤ ਨਾਲ ਗਾਵਿਆ, ਨਿਸ਼ਚਾ ਉਹਨੂੰ ਹੀ ਪ੍ਰਾਪਤ ਹੁੰਦਾ ਹੈ। ਉਹ ਫਿਰ ਜਦੋਂ ਇੱਕ ਪੈਰ ਧਰਨ ਲੱਗਾ, ਪੰਡਤ ਜੀ ਨੂੰ ਡੁਬਕੀਆਂ ਆਈਆਂ ਤੇ ਗੋਤੇ ਲੱਗੇ ਖਾਣ, ਤੇ ਫਿਰ ਬੀਬੀ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਮਤਲਬ ਕਥਨ ਹੀ ਕੀਤਾ, ਕਹਿੰਦੇ ਹੀ ਹੈ। ਭਰੋਸਾ ਜਿਹੜਾ ਨਾ ਮਨ ਦੇ ਅੰਦਰ, ਉਹ ਜਿਨ ਸੁਣਿਆ ਧਾਰ ਕੇ ਭਰੋਸੇ ਨੂੰ ਪ੍ਰੀਤ ਨਾਲ ਸੁਣਿਆ, ਤੇ ਉਹਨੂੰ ਵੇਖ ਲਓ ਜਿਹੜਾ ਹੈ ਉਹ ਨਦੀ ਨੇ ਡੋਬਿਆ ਨਹੀਂ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਜਿਹੜਾ ਸੰਗਤ ਪਾਸੋਂ ਨਾਮ ਜਿਹੜਾ ਸੰਗਤ ਵਿੱਚ ਆ ਕਰਕੇ ਸੁਣਨਾ ਨਾ, ਤੇ ਵੱਡੇ ਵੱਡੇ ਜਿਹੜੇ ਅਸਗਾਹ ਡੂੰਘੇ ਸਮੁੰਦਰ ਵਾ ਉਹ ਵੀ ਹੱਥ ਕੀ ਹੋ ਜਾਂਦੇ ਆ। ਜਿਵੇਂ ਕਿਹਾ ਨਾ ਸਾਗਰ ਤਰਿਓ ਬਾਛਰ ਖੋਰ, ਇਹ ਸਾਗਰ ਕੀ ਹੈ, ਸੰਸਾਰ ਸਮੁੰਦਰ ਜਿਹੜਾ ਨਾ ਇਹ ਬੜਾ ਦੁਸਤਰ ਹੈ, ਬੜਾ ਕਠਿਨ ਹੈ ਤਰਨਾ। ਜੇ ਉਹ ਬੱਚੇ ਦੀ ਖੋਰ, ਬੱਚੇ ਸਾਗਰ ਤਰਿਓ ਬਾਛਰ ਖੋਰ ਸੁਣਿਆ ਨਾ ਤੁਸੀਂ, ਜਿਹੜੀ ਕੋਈ ਪਸ਼ੂ ਦਾ ਖੁਰ ਹੁੰਦਾ ਨਾ ਪੈਰ, ਉਹ ਜਦੋਂ ਪੈਰ ਧਰੇ ਧਰਤੀ ਦੇ ਉੱਤੇ, ਤੇ ਉਹ ਜਦੋਂ ਪੈਰ ਧਰੇ ਤੇ ਫਿਰ ਉੱਥੇ ਡੂੰਘ ਪੈ ਜਾਂਦਾ, ਇਹ ਪ੍ਰਮਾਣ ਸਮਝਣ ਲਈ। ਤੇ ਜਦੋਂ ਫਿਰ ਮੀਂਹ ਪੈਂਦਾ ਤਾਂ ਉੱਥੇ ਪਾਣੀ ਇਕੱਠਾ ਹੋ ਜਾਂਦਾ, ਤੇ ਜੇ ਕਿਸੇ ਕੀੜੀ ਨੇ ਉਸ ਖੁਰ ਦੇ ਪਾਣੀ ਨੂੰ ਤਰਨਾ ਹੋਵੇ, ਤੇ ਕੀੜੀ ਵਾਸਤੇ ਸਮੁੰਦਰ ਵਾ, ਤਰ ਨਹੀਂ ਸਕਦੀ ਨਾ। ਤੇ ਜੇ ਕਿਸੇ ਬੰਦੇ ਨੇ ਲੰਘਣਾ ਤੇ ਉਹ ਟੱਪ ਕੇ ਲੰਘ ਜਾਏਗਾ ਸਿੱਧਾ ਹੀ। ਜਿਨ੍ਹਾਂ ਦੇ ਕੋਲ ਨਾਮ ਦੇ ਸੁਣਨ ਦੀ ਪ੍ਰੀਤ ਨਹੀਂ ਹੈਗੀ, ਉਹ ਤੁੱਛ ਜੇ ਕੀੜੀ ਵਰਗੇ ਬਣ ਜਾਂਦੇ, ਫਿਰ ਛੋਟੇ ਬਣ ਜਾਂਦੇ ਆ, ਬਹੁਤ ਦਾਨ ਪੁੰਨ ਨਹੀਂ ਕਰ ਪਾਉਂਦੇ, ਭਾਵ ਭਗਤੀ ਨਹੀਂ ਕਰਦੇ, ਨਿਤਨੇਮ ਨਹੀਂ ਕਰ ਪਾਉਂਦੇ। ਸੰਸਾਰ ਉਹਨਾਂ ਲਈ ਸਮੁੰਦਰ ਬਣ ਜਾਂਦਾ, ਜਿਹਦੇ ਵਿੱਚ ਫਿਰ ਆਸਾ ਤ੍ਰਿਸ਼ਨਾ ਰੂਪੀ ਅਸਰਾਲਾਂ ਨੇ, ਫੁਰਨਿਆਂ ਰੂਪੀ ਛੱਲਾਂ ਉੱਠਦੀਆਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਮਗਰਮੱਛ ਨੇ, ਤੇ ਬਹੁਤ ਜ਼ਿਆਦਾ ਉਹਨਾਂ ਲਈ ਔਖਾ ਹੋ ਜਾਂਦਾ।
ਤੇ ਜਿਹੜੇ ਮਹਾਰਾਜ ਦੇ ਨਾਮ ਨੂੰ ਸੁਣਦੇ ਆ ਉਹ ਫਿਰ ਇਹਨੂੰ ਇੰਨੀ ਸਮਰੱਥਾ ਨਾਲ, ਇੰਨੀ ਉਹਨਾਂ ਨੂੰ ਸ਼ਕਤੀ ਆ ਜਾਂਦੀ ਹੈ ਕਿ ਉਹ ਜਿਵੇਂ ਮਨੁੱਖ ਬੱਚੇ ਦੀ ਖੋਰ ਦਾ ਪਾਣੀ ਤਰਨਾ ਤੇ ਟੱਪ ਕੇ ਬੱਚਾ ਵੀ ਲੰਘ ਜਾਂਦਾ, ਇਸ ਤਰ੍ਹਾਂ ਇਹ ਸੰਸਾਰ ਸਮੁੰਦਰ ਨੂੰ ਤਰ ਜਾਂਦੇ ਆ। ਮਹਾਰਾਜ ਨੇ ਕਿਹਾ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ। ਇਸ ਤਰ੍ਹਾਂ ਬ੍ਰਹਮ ਗਿਆਨੀ ਤਰ ਜਾਂਦੇ ਆ। ਤੇ ਪਰਮੇਸ਼ਰ ਦੇ ਨਾਮ ਦੇ ਸਰਵਣ ਕਰਨੇ ਕਰਕੇ ਜਿਹੜਾ ਹੱਥ ਕੂ ਭਾਵ ਅਲਪੱਗ ਜੀਵ ਛੋਟਾ ਜਿਹਾ, ਇਸ ਗਾਓ ਸਮੁੰਦਰ ਦੀ ਨਿਆਈ ਗਹਿਰ ਗੰਭੀਰ ਹੋ ਜਾਂਦਾ, ਅਕਾਲ ਪੁਰਖ ਦਾ ਰੂਪ ਹੋ ਜਾਂਦਾ ਹੈ। ਪਰਮੇਸ਼ਰ ਜਿਹੜਾ ਨਾ ਉਹ ਸਾਰਾ ਗਿਆਨ ਇਉਂ ਬਖਸ਼ ਦਿੰਦਾ ਜਿਵੇਂ ਹਸਤਾਮਲ ਗਿਆਨ ਹੋ ਜਾਂਦਾ ਸਾਰਾ। ਇਸ ਪ੍ਰਕਾਰ ਜਿਨ੍ਹਾਂ ਦੇ ਹਿਰਦੇ ਡੂੰਘਾ ਬ੍ਰਹਮ ਉਹਨਾਂ ਨੂੰ ਇਉਂ ਆ ਕਰਕੇ ਹੱਥ ਵਿੱਚ ਪ੍ਰਾਪਤ ਹੁੰਦਾ, ਭਾਵ ਸਾਖਿਆਤ ਹੋ ਜਾਂਦਾ ਹੈ ਵਾਹਿਗੁਰੂ। ਤੇ ਪਹਿਲਾ ਅਰਥ ਇਹੀ ਸਮਝਣਾ ਸੁਣਿਆ ਹਾਥ ਹੋਵੇ ਅਸਗਾਹੋ, ਜਿਹੜਾ ਅਸਗਾਹ ਡੂੰਘਾ ਸਮੁੰਦਰ ਹੈ ਨਾ ਉਹ ਹੱਥ ਕੂ ਹੋ ਜਾਂਦਾ। ਪ੍ਰਤੱਖ ਵਿਸਾਖੀ ਨਾਲ ਆਪਾਂ ਸੁਣਿਆ। ਅੰਤਰੀਵ ਇਹ ਜਾਣਨਾ ਕਿ ਜਿਹੜਾ ਡੂੰਘਾ ਕੀ ਹੈ, ਇਹ ਸੰਸਾਰ ਸਮੁੰਦਰ ਜਿਹਦੀ ਡੂੰਘਾਈ ਨੂੰ ਕੋਈ ਨਾਪ ਨਹੀਂ ਸਕਦਾ। ਜੀਵ ਜਨਮ ਲੈ ਲੈ ਕੇ ਆਈ ਜਾਂਦੇ ਆ, ਮਰ ਮਰ ਕੇ ਜਾਈ ਜਾਂਦੇ ਆ, ਸੋਝੀ ਨਹੀਂ ਪੈਂਦੀ ਕਿ ਮੁਕਤ ਹੋਣਾ ਵਾ ਨਾਮ ਜਪ ਕੇ। ਤੇ ਇਹ ਹੱਥ ਕੂ ਹੋ ਜਾਂਦਾ, ਭਾਵ ਬਹੁਤ ਛੋਟਾ ਹੋ ਜਾਂਦਾ। ਕਿੰਨਾ ਕੁ, ਜਿਹਨੂੰ ਜਿਵੇਂ ਬੱਚੇ ਦੇ ਖੁਰ ਦੇ ਪਾਣੀ ਨੂੰ ਬੱਚਾ ਤਰ ਜਾਂਦਾ ਹੈ, ਲੰਘ ਜਾਂਦਾ ਟੱਪ ਕੇ, ਇਵੇਂ ਇਹ ਸੰਸਾਰ ਸਮੁੰਦਰ ਤੋਂ ਉਹ ਮੁਕਤ ਹੋ ਜਾਂਦੇ ਆ। ਉਹ ਮੁੜ ਕੇ ਇਹਦੇ ਵਿੱਚ ਗੋਤੇ ਨਹੀਂ ਖਾਂਦੇ, ਆਉਣ ਜਾਣ ਦੇ ਚੱਕਰ ਤੋਂ ਨਿਕਲ ਜਾਂਦੇ ਆ। ਕੌਣ? ਜਿਹੜੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਆ, ਵਾਹਿਗੁਰੂ ਦੇ ਨਾਮ ਨੂੰ ਕੰਨਾਂ ਨਾਲ ਸੁਣਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆਉਂਦੇ ਤਾਂ ਹੈ ਸੰਸਾਰ 'ਚ, ਪਰ ਸੰਸਾਰ ਸਮੁੰਦਰ ਬੜਾ ਦੁਸਤਰ ਜਿਹੜਾ ਹੈ, ਬੜਾ ਜਿਹੜਾ ਡੂੰਘਾ ਹੈ, ਉਹਨੂੰ ਉਹ ਤਰ ਜਾਂਦੇ ਆ ਸੁਖੈਨ, ਪਾਰ ਹੋ ਜਾਂਦੇ ਸੰਸਾਰ ਸਮੁੰਦਰ ਤੋਂ ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਸੁਣ ਸੁਣ ਕੇ। ਜਿਵੇਂ ਜਿਵੇਂ ਸੁਣਦੇ ਆ ਤਿਵੇਂ ਤਿਵੇਂ ਤਰਦੇ ਆ, ਜਿਵੇਂ ਜਿਵੇਂ ਸੁਣਦੇ ਆ ਤਿਵੇਂ ਤਿਵੇਂ ਸੰਸਾਰ ਤੋਂ ਉਧਰਦੇ ਆ। ਸੰਸਾਰ 'ਚ ਜੀਵ ਦੁੱਖਾਂ ਨੂੰ ਭੋਗ ਭੋਗ ਕੇ ਪਰੇਸ਼ਾਨ ਹੁੰਦੇ ਆ, ਬੜਾ ਜ਼ਿਆਦਾ ਕਸ਼ਟ ਉਠਾਉਂਦੇ ਆ, ਰੱਬ ਦੇ ਪਿਆਰੇ ਆਨੰਦ ਮਾਣਦੇ ਆ, ਸੁੱਖ ਮਾਣਦੇ ਆ, ਕਿਉਂਕਿ ਉਹ ਤਰਦੇ ਆ। ਤਰਦੇ ਨੂੰ ਸੁੱਖ ਹੁੰਦਾ ਹੈ, ਡੁੱਬਦੇ ਨੂੰ ਦੁੱਖ ਹੁੰਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਸਿੱਧੋ ਵਾਹਿਗੁਰੂ ਦੇ ਨਾਮ ਨੂੰ ਸੁਣਨੇ ਕਰਕੇ ਜਿਹੜਾ ਡੂੰਘਾ ਸਮੁੰਦਰ ਵਾ ਨਾ ਉਹ ਵੀ ਹੱਥ ਕੂ ਹੋ ਜਾਂਦਾ ਹੈ, ਭਾਵ ਸੰਸਾਰ ਸਮੁੰਦਰ ਜਿਹੜਾ ਹੈ ਨਾ ਉਹਨੂੰ ਹੱਥ ਕੂ ਕੀ ਸਹਿਜੇ ਹੀ ਤਰ ਜਾਂਦੇ ਆ, ਬੜੇ ਆਰਾਮ ਨਾਲ ਉਹ ਸੰਸਾਰ ਤੋਂ ਉਧਰ ਜਾਂਦੇ। ਉਹ ਫਿਰ ਕਹਿੰਦੇ ਬਹੁਰ ਹਮ ਕਾਹੇ ਆਵਹਿੰਗੇ, ਆਵਨ ਜਾਨਾ ਹੁਕਮ ਤਿਸੈ ਕਾ, ਹੁਕਮੈ ਬੁੱਝ ਸਮਾਵਹਿੰਗੇ। ਕਹਿੰਦੇ ਵਾਹਿਗੁਰੂ ਦਾ ਹੁਕਮ ਹੈ ਆਉਣਾ ਸੰਸਾਰ 'ਚ ਜਨਮ ਲੈ ਕੇ ਤੇ ਮਰ ਕੇ ਜਾਣਾ। ਜਦੋਂ ਵਾਹਿਗੁਰੂ ਦੇ ਨਾਮ ਨੂੰ ਸੁਣਿਆ ਇੰਨਾ ਪਿਆਰ ਲਾ ਕਰਕੇ, ਤੇ ਕਹਿੰਦੇ ਅਸੀਂ ਉਹਦਾ ਹੁਕਮ ਬੁੱਝ ਕੇ ਉਹਦੇ ਵਿੱਚ ਹੀ ਸਮਾ ਜਾਵਾਂਗੇ, ਕਿਉਂਕਿ ਇਹ ਜਿਹੜੀ ਸਾਰੀ ਵਾਹਿਗੁਰੂ ਦੀ ਖੇਲ ਹੈ, ਉਹ ਪਰਮੇਸ਼ਰ ਦੀ ਖੇਲ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਸਮਝ ਜਾਂਦੇ ਆ, ਤੇ ਇਸ ਖੇਲ ਦੇ ਵਿੱਚੋਂ ਫਿਰ ਉਹ ਬਾਹਰ ਆ ਜਾਂਦੇ ਆ। ਇਉਂ ਸੰਸਾਰ ਸਮੁੰਦਰ ਨੂੰ ਬੜੇ ਸੁਖੈਨ ਹੀ ਸਹਿਜੇ ਹੀ ਉਹ ਤਰ ਜਾਂਦੇ ਆ। ਸੁਣਿਆ ਹਾਥ ਹੋਵੇ ਅਸਗਾਹੋ, ਹੱਥ ਕੂ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਸੰਸਾਰ ਸਮੁੰਦਰ ਉਹਨਾਂ ਲਈ ਬਹੁਤ, ਸੰਸਾਰ ਦੇ ਅੰਦਰ ਰਹਿੰਦੇ ਹੋਏ ਵੀ ਉਹ ਆਪ ਤਰਦੇ ਆ ਤੇ ਹੋਰਨਾਂ ਨੂੰ ਤਾਰਦੇ ਆ। ਤਾਰ ਵੀ ਹੋ ਸਕਦਾ ਨਾ ਜਿਹੜਾ ਆਪ ਤਰਦਾ ਹੋਵੇ, ਜਿਹੜਾ ਆਪ ਹੀ ਡੁੱਬ ਰਿਹਾ ਉਹਨੂੰ ਦੂਜੇ ਨੂੰ ਕਿਵੇਂ ਤਾਰ ਸਕਦਾ ਹੈ। ਤੇ ਇਸ ਕਰਕੇ ਉਹ ਦੂਜਿਆਂ ਨੂੰ ਤਾਰਦੇ ਕੀ ਆ, ਉਹਨਾਂ ਨੂੰ ਵੀ ਨਾਮ ਸੁਣਾਉਂਦੇ ਆ। ਉਹ ਆਪ ਨਾਮ ਸੁਣਦੇ ਆ, ਦੂਸਰੇ ਨੂੰ ਵੀ ਨਾਮ ਸੁਣਾਉਂਦੇ ਆ। ਗੁਰਮੁਖਾਂ ਕੋਲ ਇਹੋ ਹੀ ਹੁੰਦਾ, ਜੇ ਉਹਨਾਂ ਨੂੰ ਮਿਲੀਏ ਉਹਨਾਂ ਕਹਿਣਾ ਆਓ ਭਾਈ ਬਾਣੀ ਪੜ੍ਹ ਲਈਏ, ਆਓ ਨਾਮ ਜਪ ਲਈਏ, ਤੁਸੀਂ ਵੀ ਭਾਈ ਬਹਿ ਕੇ ਭਜਨ ਕਰ ਲਓ। ਤੇ ਜਿਹਨਾਂ ਨੇ ਗੱਪਾਂ ਮਾਰਨੀਆਂ, ਫਿਲਮਾਂ ਵੇਖਣੀਆਂ, ਉਹ ਭੱਜਦੇ ਉਹਨਾਂ ਕੋਲੋਂ, ਉਹ ਦੌੜਦੇ ਆ, ਕਹਿੰਦੇ ਨਾ ਕਿੱਥੇ ਕਾਬੂ ਆ ਗਏ। ਤੇ ਜਿਹੜਾ ਹੈ ਪਖੰਡ ਦੇ ਸਹਿਤ ਭਜਨ ਕਰਨਾ ਉਹ ਪ੍ਰਵਾਨ ਨਹੀਂ ਚੜ੍ਹਦਾ, ਕਿਉਂਕਿ ਕਈ ਦਿਖਾਵੇ ਨਾਲ ਵੀ ਕਰਦੇ ਹੁੰਦੇ ਵੀ ਜਦੋਂ ਘਰ ਤਾਂ ਭਾਵੇਂ ਭਜਨ ਕਰਨਾ ਨਹੀਂ, ਤੇ ਜਦੋਂ ਕਿਤੇ ਰਿਸ਼ਤੇਦਾਰਾਂ 'ਚ ਜਾਣ ਉੱਥੇ ਆਓ ਅਸੀਂ 1 ਘੰਟਾ ਬਹਿ ਕੇ ਨਾ ਹੁਣ ਵਾਹਿਗੁਰੂ ਵਾਹਿਗੁਰੂ ਕਰ ਲਈਏ ਪਹਿਲਾਂ ਰੋਟੀ ਖਾਣ ਤੋਂ। ਅਗਲੇ ਨੂੰ ਭੁੱਖ ਲੱਗੀ ਹੋਏ ਤੇ ਉੱਥੇ ਜਨਾਉਣਾ ਕਿ ਅਸੀਂ ਭਜਨ ਬਹੁਤ ਕਰਦੇ ਆ, ਉਸ ਭਜਨ ਨਾਲ ਫਲ ਨਹੀਂ ਮਿਲਦਾ ਕਿਸੇ ਨੂੰ ਦਿਖਾ ਕੇ ਕਰੀਏ। ਤੇ ਜਿਹਦਾ ਆਹਾਰ ਭੋਜਨ ਬਣ ਜਾਂਦਾ ਹੈ, ਭਾਵ ਆਹਾਰ ਭੋਜਨ ਜਿਹੜਾ ਉਹ ਨਾਮ ਬਣ ਜਾਂਦਾ, ਨਾਮ ਦੇ ਸੁਣਨ 'ਚ ਪ੍ਰੀਤ ਲਾਉਂਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦੇ ਮੁਖ ਤੋਂ ਮਹਿਮਾ ਸੁਣ ਕੇ, ਉਹਨਾਂ ਦੀ ਸੰਗਤ ਕਰਕੇ
ਵਾਹਿਗੁਰੂ ਜੀ ਦੀ ਕਿਰਪਾ ਨਾਲ ਉਹ ਵੀ ਜੀਵ ਜਿਹੜੇ ਸੰਸਾਰ ਤੋਂ ਤਰਨ ਲੱਗ ਜਾਂਦੇ ਆ। ਨਾਮ ਦੀ ਇਹ ਮਹਿਮਾ ਹੈ। ਉਹ ਆਪਣੀ ਕਹਿੰਦੇ ਸਾਡੀ ਕੋਈ ਮਹਿਮਾ ਨਹੀਂ, ਇਹ ਵਾਹਿਗੁਰੂ ਜੀ ਦੀ ਬਾਣੀ ਦੀ ਮਹਿਮਾ, ਮਹਾਰਾਜ ਦੇ ਨਾਮ ਦੀ ਮਹਿਮਾ। ਅਸੀਂ ਸੁਣ ਕੇ ਤਰ ਰਹੇ ਹਾਂ, ਤੁਸੀਂ ਵੀ ਸੁਣੋ ਤੇ ਤਰਨ ਲੱਗ ਜਾਓਗੇ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਿੱਧੋ ਨਾਮ ਸੰਸਾਰ ਤੋਂ ਤਾਰ ਦਿੰਦਾ ਹੈ। ਹੱਥ ਕੁ ਹੋ ਜਾਂਦਾ ਹੈ ਸੰਸਾਰ ਸਮੁੰਦਰ, ਉਹਨਾਂ ਨੂੰ ਤਰਨਾ ਬੜਾ ਸੌਖਾ ਹੋ ਜਾਂਦਾ ਹੈ। ਇੱਕ ਹੋਰ ਪ੍ਰਮਾਣ ਉਹਨਾਂ ਨੇ ਭਾਈ ਗੁਰਦਾਸ ਸਾਹਿਬ ਜੀ ਦਾ, ਗੋਇੰਦਵਾਲ ਸਾਹਿਬ ਮਹਾਰਾਜ ਦੇ ਕੋਲ ਸੰਗਤ ਨੂੰ ਜਿਹੜਾ ਸੀ ਲੈ ਕੇ ਆ ਰਹੇ ਸੀ ਭਾਈ ਗੁਰਦਾਸ ਜੀ, ਤੇ ਉਹਨਾਂ ਨੂੰ ਕੀ ਉਹ ਬਿਆਸ ਤੋਂ ਪਰਲੇ ਪਾਸੇ ਸ਼ਾਮ ਪੈ ਗਈ। ਜਦੋਂ ਸ਼ਾਮਾਂ ਪੈ ਗਈਆਂ ਤੇ ਫਿਰ ਭਾਈ ਗੁਰਦਾਸ ਸਾਹਿਬ ਨੇ ਸੋਚਿਆ, ਕਿਉਂਕਿ ਮਲਾਹ ਸਾਰੇ ਬੇੜੀਆਂ ਬੰਨ੍ਹ ਕੇ ਚਲੇ ਗਏ ਘਰਾਂ ਨੂੰ, ਤੇ ਭਾਈ ਸਾਹਿਬ ਨੇ ਸੋਚਿਆ ਵੀ ਸਾਹਮਣੇ ਹੁਣ ਗੋਇੰਦਵਾਲ ਸਾਹਿਬ ਹੈ ਪਾਰ, ਤੇ ਇੱਥੇ ਜੰਗਲ 'ਚ ਰਾਤ ਕੱਟਾਂਗੇ ਤੇ ਬੜੀ ਜ਼ਿਆਦੀ ਜਿਹੜੀ ਆ ਉਹ ਸੰਗਤ ਆਵਾਜ਼ਾਰ ਹੋਏਗੀ, ਜੰਗਲੀ ਜਾਨਵਰਾਂ ਦਾ ਭੈ ਆ, ਤੇ ਕਿਵੇਂ ਨਾ ਹੋਏ ਹੁਣ ਐਡਾ ਪਿੰਡਾ ਤੈਅ ਕਰ ਆਏ ਆ ਵੀ ਦਰਿਆ ਪਾਰ ਕਰਨਾ ਚਾਹੀਦਾ ਆਪਾਂ ਨੂੰ। ਤੇ ਜਦੋਂ ਭਾਈ ਸਾਹਿਬ ਨੇ ਮਨ ਦੇ ਅੰਦਰ ਫੁਰਨਾ ਕੀਤਾ ਕਿ ਜਿਹੜਾ ਹੈ ਦਰਿਆ ਪਾਰ ਕਰੀਏ, ਤੇ ਦਰਿਆ ਦਾ ਤਾਂ ਜਲ ਬਹੁਤ ਜ਼ਿਆਦਾ ਸੀ, ਬਿਆਸ ਦਰਿਆ ਦਾ। ਤੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਕਿ ਮਹਾਰਾਜ ਦੀ ਬਾਣੀ ਨੇ ਕਿਹਾ ਵੀ ਸੁਣਿਆ ਹਾਥ ਹੋਵੇ ਅਸਗਾਹੋ। ਤੇ ਸਾਧ ਸੰਗਤ ਜੀ ਆਪਾਂ ਮਹਾਰਾਜ ਦੇ ਨਾਮ ਤੇ ਆਸਰੇ ਤੇ ਸ਼ਬਦ ਦੇ ਆਸਰੇ ਤੇ, ਕਿਉਂਕਿ ਮਹਾਰਾਜ ਨੇ ਬਚਨ ਕਹੇ ਆ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕਾ ਜਾਲੇ। ਇਸ ਕਰਕੇ ਭਾਈ ਗੁਰਦਾਸ ਸਾਹਿਬ ਨੇ ਨਾ ਅਰਦਾਸ ਕਰਕੇ ਤੇ ਆਪ ਭਾਈ ਸਾਹਿਬ ਸਭ ਤੋਂ ਪਹਿਲਾਂ ਉਤਰੇ ਦਰਿਆ ਦੇ ਅੰਦਰ, ਤੇ ਸਾਰੀ ਸੰਗਤ ਹੀ ਮਗਰ ਜਾਪ ਕਰਦੀ ਹੋਈ ਤੇ ਜਿਹੜਾ ਸੀ ਉਹ ਦਰਿਆ 'ਚ ਉਤਰ ਪਈ। ਭਾਈ ਗੁਰਦਾਸ ਸਾਹਿਬ ਜੀ ਸਾਰੀ ਸੰਗਤ ਦੇ ਸਮੇਤ ਜਿਹੜਾ ਸੀ ਨਾ ਬਿਆਸਾ ਦਰਿਆ ਪਾਰ ਕਰ ਗਏ। ਕਿਸੇ ਨੂੰ ਜਿਹੜਾ ਸੀ ਨਾ ਗੋਡਿਆਂ ਤੋਂ ਉੱਪਰ ਜਲ ਹੀ ਨਹੀਂ ਆਇਆ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਨਾਮ ਦੀ ਬਰਕਤ ਹੈ। ਨਾਮ ਦੇ ਆਸਰੇ ਇਹ ਗੁਰਸਿੱਖਾਂ ਨੇ, ਵੱਡਿਆਂ ਨੇ, ਪੁਰਖਾਂ ਨੇ ਪੂਰਨੇ ਪਾ ਕੇ ਦੱਸੇ ਕਿ ਨਾਮ ਨਾਲ ਜਿੱਥੇ ਪ੍ਰਤੱਖ ਸੰਸਾਰ ਦੇ ਦੁੱਖਾਂ ਤੋਂ ਤਰ ਜਾਈਦਾ ਹੈ, ਦੁੱਖ ਛੋਟੇ ਹੋ ਜਾਂਦੇ ਸਾਹਮਣੇ, ਫਿਰ ਦੁੱਖ ਦਿਖਦੇ ਹੀ ਨਹੀਂ। ਉਹ ਆਪਾਂ ਆਪਣੇ ਦੁੱਖ ਜਿਹੜੇ ਆ ਉਹਨਾਂ ਨੂੰ ਬੜਾ ਵੱਡਾ ਸਮਝ ਲੈਂਦੇ ਆ, ਪਹਾੜ ਦੀ ਤਰ੍ਹਾਂ ਸਮਝ ਲੈਂਦੇ ਆ। ਹੁਣ ਸ਼ੀਸ਼ ਤੇ ਆਰਾ ਫਿਰਨ ਵਰਗਾ ਵੱਡਾ ਦੁੱਖ ਕਿਹੜਾ ਹੋਰ ਹੋ ਸਕਦਾ? ਸ਼ੀਸ਼ ਤੇ ਆਰਾ ਫਿਰਨ ਵਰਗਾ ਦੁੱਖ ਉਹ ਤਾਂ ਬਹੁਤ ਵੱਡਾ ਦੁੱਖ ਹੈ। ਪਰ ਦੀਵਾਨ ਮਤੀ ਦਾਸ ਜੀ ਮਹਾਰਾਜ ਦੇ ਪਿਆਰ ਦੇ ਵਿੱਚ ਆ ਕੇ ਕੀ ਕਹਿੰਦੇ ਆ, ਮੁਹਿਆਰਾ ਪਿਆਰਾ ਲੱਗਦਾ ਹੈ। ਮਹਾਰਾਜ ਮੈਨੂੰ ਤੇ ਆਰਾ ਬੜਾ ਪਿਆਰਾ ਲੱਗਦਾ, ਮੈਨੂੰ ਤੇ ਬੜਾ ਮਿੱਠਾ ਲੱਗਦਾ, ਚੰਗਾ ਲੱਗਦਾ। ਇਸ ਕਰਕੇ ਇਹ ਸੰਸਾਰ ਦੇ ਦੁੱਖ ਉਹਨਾਂ ਵਾਸਤੇ ਬਹੁਤ ਛੋਟੇ ਹੋ ਜਾਂਦੇ ਆ, ਖਤਮ ਹੀ ਹੋ ਜਾਂਦੇ ਆ, ਜਿਹੜੇ ਵਾਹਿਗੁਰੂ ਜੀ ਦੇ ਨਾਮ ਨੂੰ ਸੁਣਦੇ ਆ। ਜੀਵ ਨੇ ਜਦੋਂ ਰਾਹ ਗਲਤ ਫੜਿਆ ਹੁੰਦਾ ਨਾ, ਤੇ ਗਲਤ ਰਾਹ ਤੇ ਤੁਰਦਿਆਂ ਕਦੇ ਵੀ ਜਿਹੜੀ ਹੈ ਉਹ ਮੰਜ਼ਿਲ ਨਹੀਂ ਆਉਂਦੀ ਸੁੱਖ ਦੀ। ਤੇ ਉਸ ਗਲਤ ਰਾਹ ਤੇ ਤੁਰਿਆ, ਜਿਵੇਂ ਗਲਤ ਰਾਹ ਤੇ ਤੁਰ ਪੋ ਪਗਡੰਡੀ ਇਹੋ ਜਿਹੀ ਪਕੜ ਲਓ, ਫਿਰ ਉੱਥੇ ਕੰਡਿਆਲੇ ਛਾਪੇ ਆ ਜਾਣ, ਰਸਤੇ ਵਿੱਚ ਖਾਈ ਆ ਜਾਵੇ, ਕਿਉਂਕਿ ਰਸਤਾ ਹੀ ਉਹ ਗਲਤ ਪਕੜਿਆ ਹੈ। ਜਦੋਂ ਸਹੀ ਰਸਤਾ ਪਕੜ ਲਿਆ ਤੇ ਉਹ ਫਿਰ ਗੁਰਮੁਖ ਗਾਡੀ ਰਾਹ ਚੱਲਣ ਦਾ ਸਿੱਧੇ ਇਹ ਦੋ ਪਹੀਆਂ ਵਾਲੇ ਗ੍ਰਿਸ਼ਟੀ ਮਾਰਗ ਤੇ ਜਿਹੜੇ ਚੱਲਦੇ ਆ, ਗੁਰੂ ਨਾਨਕ ਸਾਹਿਬ ਦੀ ਸਿੱਖੀ ਕਮਾਉਂਦੇ ਆ, ਸਤਿਗੁਰੂ ਜੀ ਦੇ ਭਾਵ ਭਗਤੀ ਦੇ ਰਸਤੇ ਤੇ ਚੱਲਦੇ ਆ, ਉਹ ਫਿਰ ਉਧਰ ਜਾਂਦੇ ਆ, ਉਹਨਾਂ ਨੂੰ ਮੰਜ਼ਿਲ ਮਿਲਦੀ ਆ, ਮੁਕਤ ਹੋ ਜਾਂਦੇ ਆ। ਜਿਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨਾਮ ਨੂੰ ਸੁਣਨੇ ਕਰਕੇ ਪ੍ਰਤੱਖ ਵੀ ਪਾਣੀ ਡੋਬਦਾ ਨਹੀਂ, ਰਾਹ ਦੇ ਦਿੰਦਾ ਹੈ। ਤੇ ਮਹਾਰਾਜ ਕਹਿੰਦੇ ਜਿਹੜਾ ਬੜਾ ਸੰਸਾਰ ਸਮੁੰਦਰ ਡੂੰਘਾ ਹੈ ਉਹ ਵੀ ਹੱਥ ਕੀ ਹੋ ਜਾਂਦਾ, ਭਾਵ ਬੜਾ ਛੋਟਾ ਹੋ ਜਾਂਦਾ। ਸਹਿਜੇ ਹੀ ਗੁਰਮੁਖ ਜਿਹੜੇ ਉਹਨੂੰ ਤਰ ਜਾਂਦੇ ਆ। ਉਹਨਾਂ ਦੀ ਬਾਬਦੀ ਕਿਹਾ ਕਿ ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਸੱਚੇ ਪਾਤਸ਼ਾਹ ਜੀ ਇਸ ਪੌੜੀ ਦੀ ਸਮਾਪਤੀ ਕਰਦੇ ਹੋਏ ਮਹਾਰਾਜ ਕਹਿੰਦੇ ਨਾਨਕ ਭਗਤਾ ਸਦਾ ਵਿਗਾਸ। ਇਸ ਕਰਕੇ ਭਗਤਾਂ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਸਦਾ ਹੀ ਵਿਗਾਸ ਹੈ, ਖੇੜਾ ਹੈ, ਕਿਉਂਕਿ ਨਾਮ ਦੇ ਸੁਣਨ ਨਾਲ ਉਹਨਾਂ ਨੂੰ ਇਹ ਵਿਗਾਸ ਆਉਂਦਾ, ਨਾਮ ਦੇ ਸੁਣਨ ਨਾਲ ਉਹਨਾਂ ਨੂੰ ਆਨੰਦ ਆਉਂਦਾ, ਸੁੱਖ ਆਉਂਦਾ। ਜਿਵੇਂ ਜਿਵੇਂ ਸੁਣਦੇ ਆ ਤਿਵੇਂ ਤਿਵੇਂ ਉਹਨਾਂ ਨੂੰ ਆਨੰਦ ਮਿਲਦਾ। ਮੈਨੂੰ ਆਪਣਾ ਇੱਕ ਬਚਨ ਯਾਦ ਆਇਆ, ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਉਹ ਹਰ ਵੇਲੇ ਬਾਣੀ ਸੁਣਦੇ ਹੁੰਦੇ ਸੀ, ਮਹਾਂਪੁਰਖ ਹਰ ਵੇਲੇ, ਕੋਈ ਘੜੀ ਪਲ ਉਹਨਾਂ ਕੋਲ ਇਹੋ ਜਿਹਾ ਨਹੀਂ ਜਦੋਂ ਬਾਣੀ ਨਾ ਸੁਣਦੇ ਹੋਣ। ਮੁੱਖ ਤੋਂ ਜਾਪ ਕਰਦੇ ਰਹਿਣਾ ਹਰ ਵੇਲੇ। ਮੁੱਖ ਬਾਬਾ ਜੀ ਦੇ
ਬੁੱਲਾਂ ਵੱਲ ਵੇਖੀਏ ਤੇ ਇਉਂ ਲੱਗਦਾ ਸੀ ਬੜੀ ਤੇਜ਼ੀ ਨਾਲ ਮਤਲਬ ਕਿ ਜਾਪ ਹੁੰਦਾ, ਭਾਵੇਂ ਉਹਨਾਂ ਦਾ ਰੋਮ ਰੋਮ ਜਾਪ ਕਰਦਾ ਫਿਰ ਵੀ ਰਸਨਾ ਤੋਂ ਜਪਣਾ ਨਹੀਂ ਛੱਡਦੇ। ਇੰਨਾ ਉਹਨਾਂ ਦੇ ਮਨ ਦੇ ਅੰਦਰ ਜਿਹੜਾ ਨਾ ਪਿਆਰ ਹੁੰਦਾ ਨਾਮ ਦਾ। ਤੇ ਮਹਾਂਪੁਰਖਾਂ ਦਾ ਇਹ ਨਿਯਮ ਸੀ, ਅੰਮ੍ਰਿਤ ਵੇਲੇ ਤੋਂ ਹੀ 5 ਬਾਣੀਆਂ 5 ਗ੍ਰੰਥੀ ਦਾ ਨਿਤਨੇਮ ਸਾਰਾ ਸੁਣਦੇ ਹੁੰਦੇ ਸੀ। ਤੇ ਕਈ 5 ਗ੍ਰੰਥੀ ਦੇ ਨਿਤਨੇਮ ਸੁਣਦੇ ਸੀਗੇ। ਸੁਖਮਨੀ ਸਾਹਿਬ ਦੇ ਪਾਠ ਤਾਂ ਗਿਣੇ ਮੈਂ ਨਹੀਂ ਕਦੀ ਗਿਣਤੀ ਨਹੀਂ ਕਰ ਸਕੇ ਅਸੀਂ ਕਿ ਕਿੰਨੇ ਕੁ ਬਾਬਾ ਜੀ ਸੁਣ ਲੈਂਦੇ ਸੀ, ਬਸ ਸੁਣੀ ਜਾਣੇ ਸਾਰਾ ਦਿਨ। ਜੇ ਜਪਜੀ ਸਾਹਿਬ ਦੇ ਪਾਠ ਸੁਣਨ ਲੱਗੇ ਤਾਂ ਫਿਰ ਜਪਜੀ ਸਾਹਿਬ ਦੇ ਪਾਠ ਸੁਣੀ ਜਾਣੇ। ਉਹਨਾਂ ਦੀ ਮੌਜ ਆ ਕਹਿਣ 5 ਗ੍ਰੰਥੀ ਦੇ ਨਿਤਨੇਮ 2 ਜਾਂ 3 ਜ਼ਰੂਰ ਕਰਦੇ ਸੀਗੇ ਤੇ ਬਾਕੀ ਸੁਖਮਨੀ ਸਾਹਿਬ ਦੇ ਜਪਜੀ ਸਾਹਿਬ ਦੇ ਪਾਠ ਜਿੰਨੇ ਉਹਨਾਂ ਦਾ ਖੁਸ਼ਾ ਹੋਵੇ ਤੇ ਉਹਨਾਂ ਹੀ ਸੁਣੀ ਜਾਣਾ ਉਹਨਾਂ ਨੇ ਹਰ ਵੇਲੇ। ਤੇ ਅੰਮ੍ਰਿਤ ਵੇਲੇ ਇੱਕ ਵਾਰੀ 5 ਬਾਣੀਆਂ ਸੁਣਾ ਦਿੱਤੀਆਂ, ਬਾਬਾ ਜੀ ਤੁਰੇ ਜਾਂਦੇ ਸੀ, ਮੈਂ ਨਾਲ ਨਾਲ ਕੰਠ ਪੜ੍ਹਦਾ ਜਾਂਦਾ ਹਾਂ। ਤੇ ਸੁਖਮਨੀ ਸਾਹਿਬ ਜਿਹੜਾ ਸੀ ਉਦੋਂ ਕੰਠ ਨਹੀਂ ਸੀਗਾ, ਤੇ ਜਦੋਂ ਮੈਨੂੰ ਬਾਣੀ ਮੈਂ ਰੋਕ ਦਿੱਤੀ ਤੇ ਕਿਉਂਕਿ ਅੱਗੇ ਬਾਬਾ ਜੀ ਨੇ ਕਿਹਾ ਸੁਖਮਨੀ ਸਾਹਿਬ, ਤਾਂ ਮੈਂ ਚੁੱਪ ਕਰ ਗਿਆ। ਮੈਂ ਕਿਹਾ ਜੀ ਮੈਨੂੰ ਕੰਠ ਨਹੀਂ। ਤੇ ਬਾਬਾ ਜੀ ਇੰਨੀ ਤੇਜ਼ੀ ਨਾਲ ਆਸਣ ਵੱਲ ਨੂੰ ਮੁੜੇ ਕਿ ਜਿੱਦਾਂ ਬਹੁਤ ਨੁਕਸਾਨ ਹੋ ਗਿਆ ਹੁੰਦਾ। ਅੰਮ੍ਰਿਤ ਵੇਲੇ ਦੀ ਗੱਲ ਹੈ ਤੇ ਹੋਰ ਕੋਈ ਨਾਲ ਨਹੀਂ ਸੀਗਾ। ਅਸੀਂ ਬਾਹਰ ਖੇਤਾਂ ਨੂੰ ਬਾਬਾ ਜੀ ਤੁਰ ਪਏ ਸੀਗੇ ਬਾਣੀ ਸੁਣਦੇ ਸੁਣਦੇ, ਮਹਿਤੇ ਦੀ ਗੱਲ ਹੈ। ਤੇ ਇੰਨੀ ਤੇਜ਼ੀ ਨਾਲ ਤੁਰੇ ਤੇ ਮੈਨੂੰ ਪਤਾ ਲੱਗ ਗਿਆ ਕਿ ਬਾਬਾ ਜੀ ਬਾਣੀ ਸੁਣਨੀ ਸੀ ਤੇ ਬੜੀ ਬਾਬਾ ਜੀ ਨੂੰ ਬੇਚੈਨੀ ਹੋਈ ਆ। ਤੇ ਜਦੋਂ ਕਮਰੇ ਤੱਕ ਆਏ ਆ, ਹੁਣ ਜਿਹੜੀ ਇਹ ਪਹਿਲਾ ਸ਼ਲੋਕ ਤੇ ਅਸ਼ਟਪਦੀ ਤੇ ਚਲੋ ਹੁਣ ਨਿਤਨੇਮ ਕਰਨੇ ਕਰਕੇ ਫਿਰ ਉਹ ਜਦੋਂ ਕੰਠੀ ਮੈਂ ਨਾ ਅਜੇ ਗੁਟਕਾ ਸਾਹਿਬ ਹੱਥ ਧੋ ਰਿਹਾ ਸੀ, ਮੈਂ ਤੇ ਹੱਥ ਧੋ ਕੇ ਜੇ ਗੁਟਕਾ ਸਾਹਿਬ ਨੇ ਸ਼ੁਰੂ ਕੀਤਾ ਤੇ ਮੈਂ ਜਦੋਂ ਆਪਣੇ ਮੁਖ ਤੋਂ ਇਉਂ ਕਿਹਾ ਨਾ ਗੌੜੀ ਸੁਖਮਨੀ ਮਹੱਲਾ 5ਵਾਂ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ, ਅਜੇ ਇੰਨਾ ਮੈਂ ਮੰਗਲਾ ਚਰਨ ਕੀਤਾ, ਬਾਬਾ ਜੀ ਉੱਥੇ ਸ਼ਾਂਤ ਹੋ ਗਏ। ਐਨ ਸਰੂਰ ਆ ਗਿਆ ਉਹਨਾਂ ਨੂੰ ਤੇ ਮਸਤੀ ਦੇ ਨਾਲ ਹੀ ਨਾ ਜਿਵੇਂ ਕੋਈ ਨਸ਼ਾ ਹੋ ਜਾਂਦਾ, ਮੰਜੇ ਤੇ ਬਹਿ ਗਏ ਤੇ ਨਾਲ ਹੀ ਸੁਖਮਨੀ ਸਾਹਿਬ ਦਾ ਪਾਠ। ਬਸ ਉਹ ਲੈ ਅੰਮ੍ਰਿਤ ਵੇਲਾ ਟਿਕਿਆ ਹੋਇਆ ਸਮਾਂ ਤੇ ਸੁਖਮਨੀ ਸਾਹਿਬ ਦੀਆਂ ਧੁਨਾਂ ਉਹਨਾਂ ਦੇ ਚਿਹਰੇ ਤੇ ਲਾਲੀਆਂ ਆ ਰਹੀਆਂ ਸੀ। ਜਦੋਂ ਮੈਂ ਕਦੇ ਆਪਣੀਆਂ ਅੱਖਾਂ ਉਹਨਾਂ ਦੇ ਚਿਹਰੇ ਵੱਲ ਕਰਦਾ ਸੀ ਨਾ ਤੇ ਚਿਹਰਾ ਉਹਨਾਂ ਦਾ ਭਖਦਾ ਸੀ, ਜਿੱਦਾਂ ਇੰਨਾ ਵਿਕਾਸ ਉਹਨਾਂ ਨੂੰ ਆ ਰਿਹਾ, ਇੰਨਾ ਖੇੜਾ ਆ ਰਿਹਾ ਸੀ ਉਹਨਾਂ ਦੇ ਚਿਹਰੇ ਦੇ ਉੱਤੇ। ਤੇ ਇਹ ਨਾਮ ਦੇ ਸੁਣਨ ਨਾਲ ਮਹਾਰਾਜ ਕਹਿੰਦੇ ਭਾਈ ਵਿਕਾਸ ਹੁੰਦਾ, ਖੇੜਾ ਹੁੰਦਾ। ਤੇ ਨਾਨਕ ਭਗਤਾ ਸਦਾ ਵਿਕਾਸ, ਭਗਤਾਂ ਨੂੰ ਸਦਾ ਹੀ ਨਾਮ ਦੇ ਕਰਕੇ ਵਿਕਾਸ ਰਹਿੰਦਾ, ਖੇੜਾ ਰਹਿੰਦਾ ਹੈ। ਸੁਣਿਆ ਦੁੱਖ ਪਾਪ ਕਾ ਨਾਸ਼, ਵਾਹਿਗੁਰੂ ਜੀ ਦੇ ਨਾਮ ਸੁਣਨੇ ਕਰਕੇ ਸਾਰੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ, ਸਰਵਨਾਸ਼ ਹੋ ਜਾਂਦਾ ਪਾਪਾਂ ਦਾ, ਕੋਈ ਪਾਪ ਕੋਈ ਦੁੱਖ ਨਹੀਂ ਰਹਿੰਦਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨਾਮ ਦੀ ਮਹਿਮਾ ਨੂੰ ਸੁਣਨੇ ਕਰਕੇ ਦਾਤ ਪ੍ਰਾਪਤ ਹੁੰਦੀ ਹੈ। ਨਾ ਇਹ ਸੁਣਿਆ ਮਨ ਰਹਿਸੀ ਹੈ, ਨਾਮੇ ਸਾਂਤ ਆਈ, ਨਾ ਇਹ ਸੁਣਿਆ ਮਨ ਤ੍ਰਿਪਤੀ ਹੈ, ਸਭ ਦੁੱਖ ਗਵਾਈ, ਨਾ ਇਹ ਸੁਣਿਆ ਨਾਉ ਉਪਜੈ, ਨਾਮੇ ਵਡਿਆਈ, ਨਾਮੇ ਹੀ ਸਭ ਜਾਤ ਪਤ, ਨਾਮੇ ਗਤ ਪਾਈ। ਸੱਚੇ ਪਾਤਸ਼ਾਹ ਕਹਿੰਦੇ ਨਾਮ ਦੇ ਨਾਲ ਹੀ ਭਾਈ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ। ਗੁਰਮੁਖ ਨਾਮ ਧਿਆਈ ਹੈ, ਨਾਨਕ ਲਿਵ ਲਾਈ। ਇਸ ਕਰਕੇ ਲਿਵ ਲਾ ਕੇ ਸੁਰਤ ਲਾ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਨੂੰ ਭਾਈ ਜਪੋ, ਨਾਮ ਨੂੰ ਸੁਣੋ। ਨਾ ਇਹ ਸੁਣਿਆ ਸਭ ਸਿੱਧ ਹੈ, ਨਾਮ ਸੁਣਨ ਨਾਲ ਸਾਰੀਆਂ ਸਿੱਧ ਸ਼ਕਤੀਆਂ ਪ੍ਰਾਪਤ ਹੁੰਦੀਆਂ। ਰਿੱਧ ਪਿੱਛੇ ਆਵੇ, ਰਿੱਧੀਆਂ ਵੀ ਪਿੱਛੇ ਲੱਗ ਜਾਂਦੀਆਂ। ਨਾ ਇਹ ਸੁਣਿਆ ਨਾਉ ਨਿੱਧ ਮਿਲੈ, ਮਨ ਚਿੰਦਿਆ ਪਾਵੈ, ਨਾ ਇਹ ਸੁਣਿਆ ਸੰਤੋਖ ਹੋਏ, ਕਵਲਾ ਚਰਨ ਧਿਆਵੈ। ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਸੁਣਨ ਨਾਲ ਐਡੀਆਂ ਵੱਡੀਆਂ ਦਾਤਾਂ ਪ੍ਰਾਪਤ ਹੁੰਦੀਆਂ। ਸੁਣਿਆਂ ਦੀ ਮਹਿਮਾ ਸਤਿਗੁਰਾਂ ਜੀ ਨੇ ਇੱਥੇ 11ਵੀਂ ਪੌੜੀ ਜਿਹੜੀ ਹੈ ਨਾ ਨਾਮ ਦੇ ਸੁਣਨ ਦੀ ਮਹਿਮਾ ਤੇ ਸਤਿਗੁਰਾਂ ਜੀ ਨੇ ਜਿਹੜੀ ਹੈ ਇਹ ਸਮਾਪਤੀ ਕੀਤੀ ਹੈ। ਅੱਗੋਂ ਜਿਹੜੇ ਨਾਮ ਦੇ ਮੰਨਣ ਦੀ ਮਹਿਮਾ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਤੋਂ ਪੁੱਛਣਗੇ। ਤੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ ਇਹ ਸੁਣਿਆ ਪਾਪ ਕੱਟੀ ਹੈ, ਨਿਰਮਲ ਸੱਚ ਪਾਵੈ। ਇਸ ਕਰਕੇ ਨਾਮ ਨੂੰ ਸੁਣਨੇ ਕਰਕੇ ਸਭ ਪਾਪ ਕੱਟੇ ਜਾਂਦੇ ਆ, ਸਭ ਤ੍ਰਿਸ਼ਨਾ ਬੁੱਝ ਜਾਂਦੀਆਂ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਗਰੀਬ ਨਵਾਜ ਦਾ ਪਵਿੱਤਰ ਉਪਦੇਸ਼ ਸਾਡੇ ਹਿਰਦੇ 'ਚ ਵਸੇ, ਅਰਥ ਬੋਧ ਸਾਨੂੰ ਪ੍ਰਾਪਤ ਹੋਵੇ ਤੇ ਅਰਥਾਂ 'ਚ ਸੁਰਤ ਰੱਖ ਕੇ ਫਿਰ ਮਹਾਰਾਜ ਦੀ ਬਾਣੀ ਦਾ ਜਪਜੀ ਸਾਹਿਬ ਦਾ ਆਪਾਂ ਨਿਤਨੇਮ ਕਰੀਏ। ਜਦੋਂ ਜਪਜੀ ਸਾਹਿਬ ਸੰਪੂਰਨ ਹੋਵੇਗਾ ਤੇ ਫਿਰ ਆਪਾਂ ਜਪਜੀ ਸਾਹਿਬ ਦੇ ਪੜ੍ਹਨ ਦਾ, ਅਰਥਾਂ ਸਮੇਤ ਪੜ੍ਹਨ ਦਾ ਮਹੱਤਵ ਜਿਹੜਾ ਨਾ ਉਹਦੀ ਜ਼ਰੂਰ ਸਾਂਝ ਪਾਵਾਂਗੇ। ਤੇ ਉਹ ਇੱਕ ਦਿਨ ਆਪਾਂ ਜਿਹੜੀ 1 ਘੰਟੇ ਦੀ ਕਥਾ ਜਿਹੜੀ ਵਿਸ਼ੇਸ਼ ਇਹ ਕਰਾਂਗੇ। ਤੇ ਅੱਜ ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਸਾਧ ਸੰਗਤ ਜੀ ਬਖਸ਼ ਲੈਣੀਆਂ, ਅੱਗੇ ਵਾਸਤੇ ਸਮੱਤ ਬਖਸ਼ਣੀ। ਨਾਨਕ ਭਗਤਾ ਸਦਾ ਵਿਗਾਸ,
ਸੁਣਿਆ ਦੁਖ ਪਾਪ ਕਾ ਨਾਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।